ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਵਾਸਤੇ ਸ਼੍ਰੀ ਦਰਬਾਰ ਸਾਹਿਬ ਮੋਰਚਾ ਲੱਗਿਆ, ਜਿਸ ਤੇ ਸਭ ਤੋਂ ਵੱਧ ਟਾਸਕ ਫੋਰਸ ਉੱਥੇ ਲੱਗੀ ਹੋਈ ਸੀ। ਨਿਹੰਗ ਸਿੰਘਾਂ ਦੇ ਨਾਲ ਕੁੱਟਮਾਰ ਕੀਤੀ ਗਈ, ਨਿਹੰਗ ਸਿੰਘ ਦੀ ਦਸਤਾਰ ਉਤਰੀ, ਨੌਜਵਾਨਾਂ ਨੂੰ ਉੱਥੇ ਕੁੱਟਿਆ ਗਿਆ। ਐਸਜੀਪੀਸੀ ਦੇ ਅਧਿਕਾਰੀਆਂ ਵੱਲੋਂ ਤੇ ਇਲਜ਼ਾਮ ਆਇਆ ਹਰਪ੍ਰੀਤ ਸਿੰਘ ਮੱਖੂ ਨੇ ਸਿੰਘਾਂ ਨੂੰ ਭੜਕਾਇਆ ਸੀ, ਨਿਹੰਗ ਸਿੰਘਾਂ ਨੂੰ ਅੱਗੇ ਕੀਤਾ ਸੀ ਤੇ ਜਦੋਂ ਉਹਨਾਂ ਨੂੰ ਛਿੱਤਰ ਫੇਰਿਆ ਜਾ ਰਿਹਾ ਸੀ, ਮੱਖੂ ਕਿਤੇ ਨਹੀਂ ਸੀ। ਮੱਖੂ ਦੇ ਰਗੜ ਤੱਕ ਨਹੀਂ ਲੱਗੀ, ਖਰੋਚ ਤੱਕ ਨਹੀਂ ਲੱਗੀ, ਪਰ ਨਿਹੰਗ ਸਿੰਘ ਕੁੱਟੇ ਗਏ। ਇਹਦਾ ਮਤਲਬ ਕਿ ਜੇ ਮੱਖੂ ਦੇ ਕੱਪੜੇ ਪਾਟੇ ਹੁੰਦੇ, ਸਿਰ ਫਟਿਆ ਹੁੰਦਾ, ਲਹੂ ਲੁਹਾਨ ਹੋਇਆ ਹੁੰਦਾ ਤੇ ਫੇਰ ਜਿਹੜਾ ਮੱਖੂ ਸਹੀ ਸੀ। ਵੀਰ ਜੀ ਮੇਰੇ ਕੋਲ ਭੱਜਾ ਲੜਕਾ ਆਇਆ, ਗੁਰਪ੍ਰੀਤ ਸਿੰਘ ਜਿਹਦਾ ਨਾਮ ਹੈ, ਦੁਨੀਆ ਜਾਣਦੀ ਹੈ, ਲਿਖਦਾ ਵੀ ਹੈ, ਗਾਉਂਦਾ ਵੀ ਹੈ। ਕਹਿੰਦਾ ਵੀਰ ਜੀ ਆਹ ਦੇਖੋ ਮੇਰੇ ਸੱਟ ਲੱਗੀ ਹੈ, ਆਹ ਦੇਖੋ ਮੇਰੇ ਕੋਲ ਖੜਿਆ ਨਹੀਂ ਜਾ ਰਿਹਾ। ਮੈਂ ਉਸੇ ਵੇਲੇ ਅੰਦਰ ਗਿਆ, ਅੰਦਰ ਜਾਂਦਿਆਂ ਸਾਰ ਮੈਂ ਇੱਕ ਸ਼ਬਦ ਵਰਤਿਆ, ਮੈਂ ਕਿਹਾ ਤੁਸੀਂ ਜਿਹੜਾ ਕਰਨਾ ਸੀ ਕਰ ਲਿਆ। ਮੈਂ ਕਿਹਾ ਹੁਣ 5 ਮਿੰਟ ਦਾ ਸਮਾਂ ਸਾਨੂੰ ਦੇ ਦਿਓ, 5 ਮਿੰਟਾਂ ਦੇ ਵਿੱਚ ਸਰਾਵਾਂ ਦੇ ਕਮਰਿਆਂ ਦੇ ਵਿੱਚੋਂ ਲੱਭ ਕੇ ਨਾ ਕੁੱਟੇ ਤੇ ਸਾਨੂੰ ਗੁਰੂ ਕੇ ਸਿੱਖ ਨਾ ਕਿਹਾ ਜੀ। ਅਗਰ ਮੋਰਚਾ ਦੀ ਗੱਲ ਕੀਤੀ ਹੈ, ਇੱਕ ਮੋਰਚਾ ਦਰਬਾਰ ਸਾਹਿਬ ਲੱਗਿਆ, ਦੂਸਰਾ ਮੋਰਚਾ ਪੂਰੇ ਪੰਜਾਬ ਵਿੱਚ ਕਿਸਾਨੀ ਨੇ ਲਾਇਆ ਹੋਇਆ ਹੈ। ਦਰਬਾਰ ਸਾਹਿਬ ਵਾਲੇ ਮੋਰਚੇ ਉੱਤੇ ਅੱਖ ਦੇਖੀ ਜਾ ਰਹੀ ਹੈ ਕਿ ਜਿੱਦਾਂ ਬਰਗਾੜੀ ਦਾ ਮੋਰਚਾ ਭੇਟ ਚੜਿਆ ਸੀ, ਉਦਾਂ ਕਿਤੇ ਦਰਬਾਰ ਸਾਹਿਬ ਦਾ ਮੋਰਚਾ ਵੀ ਭੇਟ ਨਾ ਚੜ ਜਾਵੇ ਸਿਆਸਤ ਦੇ। ਦੂਸਰੇ ਪਾਸੇ ਜਿਹੜਾ ਕਿਸਾਨੀ ਦਾ ਮੋਰਚਾ ਹੈ, ਉਸ ਨੂੰ ਵੀ ਡਾਕ ਕੇ ਦੇਖਿਆ ਜਾ ਰਿਹਾ ਹੈ। ਅੱਜ ਦੇ ਹਾਲਾਤ ਕਿੱਦਾਂ ਦੇਖਦੇ ਹੋ, ਕਿੱਦਾਂ ਸਮਝੀਏ? ਤੁਸੀਂ ਗੱਲ ਕੀਤੀ ਹੈ ਮੋਰਚਿਆਂ ਦੀ ਵੀ, ਇਧਰੋਂ ਦਰਬਾਰ ਸਾਹਿਬ ਸਰੂਪਾਂ ਨੂੰ ਲੈ ਕੇ ਮੋਰਚਾ ਲੱਗਾ ਹੋਇਆ ਤੇ ਦੂਜੇ ਪਾਸੇ ਕਿਸਾਨ ਭਰਾਵਾਂ ਨੇ ਆਪਣਾ ਮੋਰਚਾ ਲਾਇਆ ਹੋਇਆ। ਦੋਵਾਂ ਪਾਸੇ ਮੰਗਾਂ ਨੇ। ਮੈਂ ਦਰਬਾਰ ਸਾਹਿਬ ਦੇ ਮੋਰਚੇ ਦੀ ਇੰਨੀ ਗੱਲ ਕਰ ਸਕਦਾ ਹਾਂ ਵੀ ਜਿਹੜੇ ਉੱਥੇ ਸਾਡੇ ਭਰਾ ਬੈਠੇ ਹੋਏ ਨੇ, ਕਿਉਂਕਿ ਮੇਰਾ ਧਿਆਨ ਇੱਕ ਪਾਸੇ ਹੈ, ਉਹ ਕਿਸੇ ਵੀ ਤਰੀਕੇ ਕਿਸੇ ਵੀ ਕੀਮਤ ਤੇ ਨਾ ਵਿਕਣਗੇ, ਨਾ ਭੱਜਣਗੇ, ਨਾ ਛੱਡਣਗੇ ਜਿੰਨੀ ਦੇਰ ਤੱਕ ਹੱਥਾਂ ਦੇ ਵਿੱਚ FIR ਦੀ ਕਾਪੀ ਨਹੀਂ ਆ ਜਾਂਦੀ। ਕਿਸਾਨ ਭਰਾਵਾਂ ਦਾ ਮੋਰਚਾ ਜਿਹੜਾ ਜਗ੍ਹਾ ਦੇ ਉੱਪਰ ਲੱਗਾ ਹੋਇਆ ਹੈ, ਇਹਦਾ ਸਮਰਥਨ ਏਡੇ ਵੱਡੇ ਪੱਧਰ ਤੇ ਮੇਰੀ ਜ਼ਿੰਦਗੀ ਵਿੱਚ ਅੱਜ ਤੱਕ ਨਹੀਂ ਸੀ ਆਇਆ। ਸਭ ਤੋਂ ਵੱਡਾ ਸਮਰਥਨ ਮਿਲਿਆ। ਗਵਈਏ ਵੀ ਆ ਗਏ, ਵਿਦਿਆਰਥੀ ਵੀ ਆ ਗਏ, ਧਾਰਮਿਕ ਬੰਦੇ ਵੀ ਆ ਗਏ, ਸਾਰੇ ਹੀ ਆ ਗਏ। ਪਰ ਚੇਤੇ ਰੱਖਿਆ ਜੇ ਪੂਛ ਘਲਾਉਂਦੇ ਹੋਏ ਪੋਲੀਟੀਕਲ ਬੰਦੇ ਵੀ ਆ ਗਏ। ਜੇ ਪੋਲੀਟੀਕਲ ਬੰਦੇ ਇਹਨਾਂ ਨੇ ਅੱਗੇ ਲਾ ਦਿੱਤੇ ਤੇ ਕਿਸਾਨ ਭਰਾਵਾਂ ਦਾ ਮੁੱਦਿਆਂ ਤੋਂ ਧਿਆਨ ਭਟਕਾ ਦੇਣਾ ਤੇ ਭਰਿਆ ਮੇਲਾ ਇਹਨਾਂ ਨੇ ਲੁੱਟ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰੇ ਸਿੱਖੀਜ਼ਮ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਸਿੱਖੀਜ਼ਮ ਨੂੰ ਲੈ ਕੇ ਹੀ ਗੱਲਬਾਤ ਕਰਦੇ ਹਾਂ, ਪੰਜਾਬੀਅਤ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਤੇ ਇੱਕ ਵਿਸ਼ਾ ਬਹੁਤ ਚਰਚਾ ਦਾ ਬਣਿਆ ਹੋਇਆ ਹੈ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ। 328 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ SGPC ਦੀ ਨੱਕ ਥੱਲੋਂ ਗਾਇਬ ਕੀਤੇ ਗਏ, ਵੇਚੇ ਗਏ। ਅੱਜ ਉਹ ਕਿੱਥੇ ਸ਼ਸ਼ੋਭਿਤ ਨੇ ਕਿਸੇ ਨੂੰ ਨਹੀਂ ਪਤਾ। ਜਿਸ ਦੇ ਚੱਲਦਿਆਂ ਸਿੰਘਾਂ ਵੱਲੋਂ ਉੱਥੇ ਮੋਰਚਾ ਲਾਇਆ ਗਿਆ ਸ਼੍ਰੀ ਦਰਬਾਰ ਸਾਹਿਬ। ਪਰ ਉਸ ਮੋਰਚੇ ਦੇ ਉੱਤੇ ਕੁਝ ਦਿਨ ਪਹਿਲਾਂ ਕੁਝ ਅਜਿਹੀ ਘਟਨਾ ਵਾਪਰੀ ਜਿਸ ਨੇ ਸਿੱਖ ਕੌਮ ਦੇ ਹਿਰਦੇ ਬਲੂੰਦਰ ਕੇ ਰੱਖ ਦਿੱਤੇ। ਜਿਹੜੇ ਸਿੰਘ ਉੱਥੇ ਵਿਰੋਸ਼ ਮੁਜ਼ਾਹਰਾ ਕਰ ਰਹੇ ਸੀ, ਉਹਨਾਂ ਸਿੰਘਾਂ ਦੇ ਉੱਤੇ SGPC ਦੇ ਅਧਿਕਾਰੀਆਂ ਨੇ ਹੱਥ ਚੱਕਿਆ। ਨਿਹੰਗ ਸਿੰਘ ਦੀ ਦਸਤਾਰ ਉਤਰੀ ਤੇ ਇਲਜ਼ਾਮ ਜਿਸ ਦੇ ਉੱਤੇ ਲੱਗਿਆ, ਉਹ ਨਾਮ ਸਾਹਮਣੇ ਨਿਕਲ ਕੇ ਆਇਆ ਸੀ ਹਰਪ੍ਰੀਤ ਸਿੰਘ ਮੱਖੂ। ਜੀ ਹਾਂ, ਬਾਖੂਬ ਤੁਸੀਂ ਪਛਾਣਿਆ, ਹਰਪ੍ਰੀਤ ਸਿੰਘ ਮੱਖੂ ਪ੍ਰਚਾਰਕ ਨੇ, ਜੋ ਕਿ ਉਹਨਾਂ ਉੱਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੂੰ ਉਸ ਦਿਨ ਇੱਕ ਰਗੜ ਤੱਕ ਨਹੀਂ ਆਈ ਤੇ ਨਿਹੰਗ ਸਿੰਘ ਨੂੰ ਡਾਂਗਾ ਪਈਆਂ। ਕਿਉਂ ਪਈਆਂ, ਕਿਉਂ ਰਗੜ ਨਹੀਂ ਆਈ, ਕਿਉਂ ਇਹਨਾਂ ਨੇ ਨਿਹੰਗ ਸਿੰਘਾਂ ਨੂੰ ਭੜਕਾਇਆ? ਆਖਿਰ ਇਸ ਇਲਜ਼ਾਮ ਦੇ ਪਿੱਛੇ ਦਾ ਅਸਲ ਸੱਚ ਕੀ ਹੈ? ਮੋਰਚੇ ਦੀ ਰੂਪਰੇਖਾ ਕੀ ਹੈ? ਕੀ ਇਹ ਮੋਰਚਾ ਵੀ ਜਿੱਦਾਂ ਬਰਗਾੜੀ ਸਿਆਸਤ ਦੀ ਭੇਟ ਚੜਿਆ ਸੀ, ਉਦਾਂ ਚੜੇਗਾ? ਕਿਸੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਲੱਗਿਆ ਹੈ? ਬਹੁਤ ਸਾਰੇ ਸਵਾਲ ਨੇ ਜਿਹਨਾਂ ਦੇ ਅਸੀਂ ਜਵਾਬ ਲਵਾਂਗੇ ਕਿਸੇ ਹੋਰ ਕੋਲੋਂ ਨਹੀਂ, ਭਾਈ ਹਰਪ੍ਰੀਤ ਸਿੰਘ ਮੱਖੂ ਕੋਲੋਂ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੱਖੂ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਤੁਹਾਡਾ ਵੀ ਧੰਨਵਾਦ। ਗੁਰਬਾਣੀ ਅਖੰਡ ਬਾਣੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਜੀ। ਇਲਜ਼ਾਮ ਬਹੁਤ ਨੇ ਤੁਹਾਡੇ ਉੱਤੇ। ਪਹਿਲਾਂ ਤਾਂ ਮੈਂ ਸ਼ੁਰੂਆਤ ਇੱਥੋਂ ਹੀ ਕਰਾਂਗਾ ਕਿ ਮੋਰਚੇ ਦੀ ਰੂਪਰੇਖਾ ਕੀ ਹੈ, ਜਿਹੜਾ ਮੋਰਚਾ ਦਰਬਾਰ ਸਾਹਿਬ ਲੱਗਿਆ, ਕਿਉਂਕਿ SGPC ਕੋਲ ਅਜੇ ਤੱਕ ਕੋਈ ਜਵਾਬ ਨਹੀਂ ਕਿ 328 ਸਰੂਪ ਗਏ ਕਿੱਥੇ, ਕਿਸ ਨੂੰ ਦਿੱਤੇ ਗਏ, ਕਿਸ ਨੂੰ ਵੇਚੇ ਗਏ, ਕਿੱਥੇ ਉਹ ਸ਼ਸ਼ੋਭਿਤ ਨੇ, ਕਿਸ ਏਜੰਸੀ ਨੂੰ ਦਿੱਤੇ ਗਏ। ਕਿਉਂਕਿ ਅਗਰ ਕੱਲ ਨੂੰ ਬੇਅਦਬੀ ਹੁੰਦੀ ਹੈ, ਸਾਨੂੰ ਤਾਂ ਇਹੀ ਨਹੀਂ ਪਤਾ ਹੋਊਗਾ ਕਿ ਸਰੂਪ ਗਏ ਕਿੱਥੇ। ਜੀ
ਬਿਲਕੁਲ ਜੀ ਸੈਣੀ ਸਾਹਿਬ, ਤੁਹਾਡਾ ਬਹੁਤ ਸੋਹਣਾ ਸਵਾਲ ਹੈ। ਮੈਂ ਚਾਹਾਂਗਾ ਵੀ ਇਸ ਸਵਾਲ ਦਾ ਜਵਾਬ ਬੜੀ ਵਿਵੇਕ ਦੇ ਨਾਲ ਤੇ ਗੰਭੀਰਤਾ ਨਾਲ ਦਿੱਤਾ ਜਾਵੇ ਜੀ, ਤਾਂ ਕਿ ਸੁਣਨ ਵਾਲੇ ਸਰੋਤੇ ਬੜੇ ਸੋਝੀ ਰੱਖਣ ਵਾਲੇ ਨੇ ਔਰ ਉਹਨਾਂ ਨੂੰ ਸਮਝ ਪੈ ਸਕੇ। ਤੁਸੀਂ ਇੱਕ ਸ਼ਬਦ ਵਰਤਿਆ ਸੀ ਵੀ ਰੂਪ ਰੇਖਾ ਕੀ ਹੈ। ਸੈਕੰਡ ਤੁਸੀਂ ਗੱਲ ਕੀਤੀ ਹੈ ਵੀ ਸਵਰੂਪ, ਜੇ ਕੱਲ੍ਹ ਨੂੰ ਕਿਤੇ ਬੇਅਦਬੀ ਹੋ ਜਾਂਦੀ ਹੈ ਤੇ ਲੋਕਾਂ ਦੀ ਜ਼ੁਬਾਨ ਦੇ ਉੱਪਰ ਇਹ ਵੀ ਗੱਲ ਆਵੇਗੀ ਵੀ ਜਿਹੜੇ 328 ਸਵਰੂਪ ਬਿਨਾਂ ਰਿਕਾਰਡ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਗੇ ਦਿੱਤੇ ਸਨ, ਹੋ ਸਕਦਾ ਬੇਅਦਬੀਆਂ ਦੇ ਵਿੱਚ ਉਹੀ ਸਵਰੂਪ ਵਰਤੇ ਜਾਂਦੇ ਹੋਣ। ਬੜੀ ਪ੍ਰਕਾਰ ਦੀਆਂ ਗੱਲਾਂ ਉੱਠਣਗੀਆਂ ਔਰ ਤਕਲੀਫ ਇਸ ਗੱਲ ਦੀ ਹੋਈ ਹੈ ਵੀ ਏਡੀ ਵੱਡੀ ਸੰਸਥਾ ਦੇ ਕੋਲੋਂ ਏਡੀ ਵੱਡੀ ਮਿਸਟੇਕ ਹੋ ਜਾਣਾ। ਜਿੰਨਾ ਬੰਦਾ ਉਚਾਈ ਤੋਂ ਡਿੱਗਦਾ ਹੈ ਨਾ, ਸਿਆਣੇ ਕਹਿੰਦੇ ਸੱਟ ਜ਼ਿਆਦੀ ਲੱਗਦੀ ਹੈ। ਇਹ ਸੰਸਥਾ ਬੜੀ ਉੱਚੀ ਹੈ, ਕੁਰਬਾਨੀਆਂ ਦੇ ਵਿੱਚੋਂ ਨਿਕਲੀ ਹੈ। ਜਦੋਂ ਏਡੀ ਵੱਡੀ ਸੰਸਥਾ ਦੇ ਕੋਲੋਂ ਏਡੀ ਵੱਡੀ ਮਿਸਟੇਕ ਹੋ ਜਾਵੇ ਤੇ ਉਹਦਾ ਰਿਪਲਾਈ ਵੀ ਇੱਕ ਦਿਨ ਪਹਿਲਾਂ ਹੋਰ ਆਵੇ, ਦੂਜੇ ਦਿਨ ਹੋਰ ਆਵੇ। ਤੇ ਜਿਹੜੀ ਤੁਸੀਂ ਰੂਪ ਰੇਖਾ ਦੀ ਗੱਲ ਕੀਤੀ ਹੈ, ਰੂਪ ਰੇਖਾ ਬਣਾਉਣੀ ਨਹੀਂ ਪੈਂਦੀ, ਰੂਪ ਰੇਖਾ ਫਿਰ ਸਾਡੇ ਜਜ਼ਬਾਤਾਂ ਦੇ ਵਿੱਚੋਂ ਵੀ ਨਿਕਲਦੀ ਹੈ ਜੀ। ਉਹ ਰੂਪ ਰੇਖਾ ਕਈ ਵਾਰੀ ਤਿਆਰ ਨਹੀਂ ਕਰਨੀ ਪੈਂਦੀ। ਉਹ ਰੂਪ ਰੇਖਾ ਫਿਰ ਜਦੋਂ ਚਾਰ ਵੀਰ ਇਕੱਠੇ ਹੁੰਦੇ ਆ, ਕਹਿੰਦੇ ਯਾਰ ਨਹੀਂ ਨਿਆਂ ਦਿੰਦੇ, ਕੋਈ ਗੱਲ ਨਹੀਂ, ਆਪਾਂ ਯਾਰ ਇਹਨਾਂ ਦੇ ਬਾਰ ਮੂਹਰੇ ਜਾ ਕੇ ਧਰਨਾ ਲਾਉਂਦੇ ਆ, ਇਹ ਚੀਜ਼ ਇੱਥੋਂ ਵੀ ਨਿਕਲ ਪੈਂਦੀ ਹੈ। ਇੱਥੇ ਸੈਣੀ ਸਾਹਿਬ ਜਿਹੜੀ ਰੂਪ ਰੇਖਾ ਦੀ ਤੁਸੀਂ ਗੱਲ ਕੀਤੀ, ਮੈਂ ਥੋੜਾ ਜਿਹਾ ਦੱਸ ਦੇਣਾ ਚਾਹੁੰਦਾ ਵਾਂ। ਸਤਕਾਰ ਕਮੇਟੀਆਂ ਜੀ, ਉਹਨਾਂ ਨੇ ਆਪਸ ਦੇ ਵਿੱਚ ਬੈਠ ਕੇ ਪਲਾਨ ਤਿਆਰ ਕੀਤਾ ਵੀ ਆਪਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ। ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਦੇਖੋ ਇੱਕ ਗੱਲ ਬੜੀ ਸਮਝਣ ਵਾਲੀ ਹੈ ਰੂਪ ਰੇਖਾ ਦੇ ਬਾਰੇ, ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ। ਜਿਹੜੀ ਜਾਂਚ ਕਮਿਸ਼ਨ ਬਿਠਾਇਆ, ਪੜਤਾਲੀਆ ਰਿਪੋਰਟ ਆਈ, ਉਹ ਅਸੀਂ ਨਹੀਂ ਤਿਆਰ ਕਰਵਾਈ, ਉਹ ਕਿਸਨੇ ਤਿਆਰ ਕਰਵਾਈ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਤੇ ਸਰਦਾਰ ਈਸ਼ਰ ਸਿੰਘ ਜੀ ਹੈਦਰਾਬਾਦ ਬੜੇ ਉੱਚ ਕੋਟੀ ਦੇ ਵਕੀਲ ਵੀ ਨੇ, ਸਿਆਣੇ ਨੇ, ਸੁਲਝੇ ਹੋਏ ਨੇ ਔਰ ਉਹਨਾਂ ਨੇ ਬੜੇ ਦਿਨ ਲਾ ਕੇ, ਵਕਤ ਲਾ ਕੇ, ਕਿਉਂਕਿ ਗੁਰੂ ਨਾਲ ਜੁੜਿਆ ਹੋਇਆ ਮਾਮਲਾ ਸੀ ਵੀਰ ਜੀ, 1149 ਪੇਜ ਦੀ ਪੜਤਾਲੀਆ ਰਿਪੋਰਟ ਤਿਆਰ ਹੋਈ ਹੈ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਤਕ ਨਹੀਂ ਕਰਦੀ ਪਈ। ਹੁਣ ਬੜੇ ਸਤਿਕਾਰਯੋਗ ਵੀਰ ਕਹਿੰਦੇ ਨੇ ਵੀ ਤੁਸੀਂ ਆਪਣੇ ਬੇਸ ਦੇ ਉੱਪਰ ਪਰਚਾ ਕਰੋ, ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਹੈ, ਅਸੀਂ ਕਿਸੇ ਤੇ ਕਿੰਤੂ ਨਹੀਂ ਕਰਦੇ, ਕਿਉਂਕਿ ਜਿੰਨੇ ਗੁਰੂ ਪਾਤਸ਼ਾਹ ਸਾਡੇ ਨੇ ਉਹਨੇ ਉਹਨਾਂ ਦੇ ਵੀ ਨੇ। ਪਰ ਗੱਲ ਇਹ ਹੈ ਵੀ ਉਹਦੇ ਵਿੱਚ ਕਿੰਨਾ ਦੇ ਬਿਆਨ ਦਰਜ ਹੋਏ, ਉਹ ਜਿਹੜੀ ਪੜਤਾਲੀਆ ਰਿਪੋਰਟ ਹੈ ਸਾਨੂੰ ਦਿੱਤੀ ਜਾਵੇ, ਅਸੀਂ ਆਪਣੇ ਵਕੀਲਾਂ ਨੂੰ ਦਈਏ, ਫਿਰ ਹੀ ਸਾਨੂੰ ਪਤਾ ਲੱਗੇਗਾ ਨਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੜਤਾਲੀਆ ਰਿਪੋਰਟ ਜਿਹੜੀ ਉਹ ਜਨਤਕ ਕਰਦੀ ਨਹੀਂ ਪਈ, ਉਹਦੇ 10 ਪੇਜ ਜਨਤਕ ਇਹਨਾਂ ਨੇ ਕੀਤੇ ਨੇ। ਕਹਿੰਦੇ ਜੀ ਇਹਨਾਂ 10 ਪੇਜਾਂ ਦੇ ਵਿੱਚ ਸਾਰਾ ਕੁਝ ਆ ਗਿਆ। ਹੁਣ ਅਸੀਂ ਪੁੱਛਦੇ ਹਾਂ ਵੀ ਜਿਹੜੇ 1139 ਪੇਜ ਨੇ ਉਹ ਕਿਉਂ ਨਹੀਂ ਜਨਤਕ ਕਰਦੇ? ਕਹਿੰਦੇ ਉਹਦੇ ਵਿੱਚ ਗਵਾਹੀਆਂ ਨੇ, ਉਹਦੇ ਵਿੱਚ ਸਾਰਿਆਂ ਦੇ ਬਿਆਨ ਦਰਜ ਕੀਤੇ ਗਏ ਨੇ, ਇਸ ਕਰਕੇ ਉਹ ਇਹਦੇ ਵਿੱਚ ਨਹੀਂ ਆ ਸਕਦੇ। ਮੈਂ ਕਹਿੰਦਾ ਵੀ ਜੇ ਬਿਆਨ ਦਰਜ ਨੇ, ਗਵਾਹੀਆਂ ਨੇ, ਘੱਟੋ ਘੱਟ ਤੁਸੀਂ ਆਪਣੀ ਵੈਬਸਾਈਟ ਤੇ ਪਾ ਦਿਓ ਜੀ, ਤੁਸੀਂ ਆਪ ਚਿੱਟੇ ਹੋ ਜਾਊਗਾ ਨਾ, ਆਪਣੀ ਵੈਬਸਾਈਟ ਦੇ ਉੱਪਰ ਪਾ ਦਿਓ। ਉਹਦੇ ਆਧਾਰ ਦੇ ਉੱਪਰ ਕੱਲ ਨੂੰ ਤੁਸੀਂ ਸਾਰੀ ਉਹ ਪੜੋਗੇ ਤਾਂ ਆਪਣੇ ਵਕੀਲਾਂ ਨਾਲ ਗੱਲਬਾਤ ਕਰੋਗੇ, ਹੋ ਸਕਦਾ ਤੁਸੀਂ ਕਾਨੂੰਨੀ ਕਾਰਵਾਈ ਕਰ ਦਿਓ। ਹੁਣ ਪੜਤਾਲੀਆ ਜਿਹੜੀ ਰਿਪੋਰਟ ਤਿਆਰ ਕਰਵਾਈ ਹੈ ਉਹ ਇਹਨਾਂ ਨੇ ਕਰਵਾਈ ਹੈ, ਜਾਂਚ ਕਮਿਸ਼ਨ ਬਿਠਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਅਸੀਂ 267 ਸਵਰੂਪਾਂ ਦੀ ਗੱਲ ਕੀਤੀ ਸੀ, ਇਸ ਤੋਂ ਪਹਿਲਾਂ ਤੇ 267 ਸਵਰੂਪਾਂ ਦੀ ਗੱਲ ਚੱਲੀ ਸੀ ਨਾ, ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸਵਰੂਪ ਲਾਪਤਾ ਹੋ ਗਏ, ਗਾਇਬ ਹੋ ਗਏ, ਲਾਪਤਾ ਹੋ ਗਏ, ਚੋਰੀ ਹੋ ਗਏ। ਮੈਂ ਤਾਂ ਸਮਝ ਨਹੀਂ ਆਉਂਦੀ ਵੀ ਇੱਥੇ ਸ਼ਬਦ ਕੀ ਵਰਤਾਂ, ਕਿਉਂਕਿ ਮੇਰੇ ਗੁਰੂ ਨਾਲ ਜੁੜਿਆ ਮਾਮਲਾ ਹੈ। ਮੈਂ ਜੇ ਚੋਰੀ ਸ਼ਬਦ ਵਰਤਾਂ ਮੈਨੂੰ ਤਾਂ ਵੀ ਸ਼ਰਮ ਆਉਂਦੀ ਹੈ, ਜੇ ਮੈਂ ਗਾਇਬ ਕਹਿਣਾ ਮੈਨੂੰ ਤਾਂ ਵੀ ਸ਼ਰਮ ਆਉਂਦੀ ਹੈ, ਜੇ ਮੈਂ ਕਹਿਣਾ ਵੇਚਤੇ ਮੈਨੂੰ ਤਾਂ ਵੀ ਸ਼ਰਮ ਆਉਂਦੀ ਹੈ। ਇਸ ਕਰਕੇ ਕੋਈ ਸ਼ਬਦ ਤੇ ਇੱਥੇ ਮੈਨੂੰ ਬੋਲਣਾ ਪੈਣਾ ਨਾ, ਇਸ ਕਰਕੇ ਮੈਂ 3-4 ਸ਼ਬਦ ਤਾਂ ਵਰਤਦਾ ਪਿਆ ਵਾਂ ਭਾਈ ਜਿਹਨੂੰ ਜਿਹੜਾ ਹਜ਼ਮ ਹੋ ਜੇ। ਹੁਣ ਪ੍ਰੀਤ ਸੈਣੀ ਜੀ, ਇੱਥੇ ਇੱਕ ਚੀਜ਼ ਸਮਝਣ ਵਾਲੀ ਹੈ। ਅਸੀਂ ਕੀਤੀ 267 ਸਵਰੂਪਾਂ ਦੀ ਗੱਲ। ਮੈਂ ਮਹਿੰਦਰ ਸਿੰਘ ਆਲੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਪਰਸਨਲ ਅਸਿਸਟੈਂਟ ਨੇ, ਪੀਏਵੀ ਨੇ ਔਰ ਸਕੱਤਰ ਵੀ ਨੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ 267 ਸਵਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਗੁੰਮ ਹੋਏ ਨੇ, ਇਹਦਾ ਕੋਈ ਜਵਾਬ ਦਿਓ। ਉਹ ਕਹਿੰਦੇ ਜੀ ਸਾਡੀ ਪੜਤਾਲ ਚੱਲਦੀ ਪਈ ਹੈ, ਸਰੂਪਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਤੇ ਸਰੂਪਾਂ ਦੀ ਗਿਣਤੀ ਘਟ ਵੀ ਸਕਦੀ ਹੈ। ਔਰ ਇਹਨਾਂ ਨੇ ਜਿਹੜਾ ਜਾਂਚ ਕਮਿਸ਼ਨ ਬਿਠਾਇਆ ਤੇ ਜਾਂਚ ਕਮਿਸ਼ਨ ਵੱਲੋਂ ਪੜਤਾਲੀਆ ਰਿਪੋਰਟ ਆਈ, ਉਹਦੇ ਮੁਤਾਬਕ ਇਹਨਾਂ ਨੇ ਸਾਨੂੰ ਕਿਹਾ ਵੀ 328 ਸਵਰੂਪ। ਦੇਖੋ ਅਸੀਂ ਤਾਂ ਵੀ ਕੋਈ ਕਿੰਤੂ ਨਹੀਂ ਕੀਤਾ, ਅਸੀਂ ਕਿਹਾ ਵੀ 328, ਤੁਸੀਂ ਕਿਹਾ 328 ਮੰਨ ਲਿਆ। ਜਿਹੜੇ ਸਾਡੇ ਉੱਤੇ ਬੋਰਡ ਲੱਗੇ ਹੋਏ ਨੇ 329 ਨਹੀਂ ਕਿਤੇ ਲਿਖਿਆ ਹੋਇਆ, 330 ਨਹੀਂ ਕਿਤੇ ਲਿਖਿਆ ਹੋਇਆ, ਨਾ ਹੀ 327 ਕਿਤੇ ਲਿਖਿਆ ਹੋਇਆ, 328 ਇਹਨਾਂ ਨੇ ਕਿਹਾ, ਅਸੀਂ 328 ਮੰਨ ਗਏ। ਮੈਂ ਕਹਿੰਦਾ ਵੀ ਸਾਡਾ ਕਸੂਰ ਦੱਸ ਦਿਆ ਜੀ। ਇਹ ਚੀਜ਼ ਬੜੀ ਦੱਸਣ ਵਾਲੀ ਹੈ। ਜਿਹੜੇ ਵੀਰ ਕਹਿੰਦੇ ਆ ਵੀ ਹਰਪ੍ਰੀਤ ਸਿੰਘ ਮਖੂ ਦੇ ਝਰੀਟ ਨਹੀਂ ਆਈ, ਇਹ ਉਦੋਂ ਹੀ ਜਿਸ ਦਿਨ ਸਾਡੇ ਤੇ ਹੋਇਆ ਉਸੇ ਦਿਨ ਹੀ ਕਈਆਂ ਨੇ ਪੋਸਟਾਂ ਪਾਤੀਆਂ ਸੀ। ਇੱਥੇ ਇੱਕ ਚੀਜ਼ ਮੈਂ ਛੋਟੀ ਜਿਹੀ ਪੁੱਛਣੀ ਚਾਹੁੰਦਾ ਵਾਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਵਰੂਪ ਗਾਇਬ ਹੋਣ ਤੇ ਪੜਤਾਲੀਆ ਰਿਪੋਰਟ, ਜਾਂਚ ਕਮਿਸ਼ਨ, ਫਿਰ ਅੰਕੜਾ ਆਉਂਦਾ 328 ਦਾ, ਅਸੀਂ ਉਹ ਵੀ ਮੰਨ ਲਿਆ ਜੀ, ਠੀਕ। ਫਿਰ ਇਹ ਕਹਿੰਦੇ ਵੀ ਇਹਨਾਂ ਤੇ ਵਿਭਾਗੀ ਕਾਰਵਾਈ, ਇਹਨਾਂ ਤੇ ਕਾਨੂੰਨੀ ਕਾਰਵਾਈ, ਇਹਨਾਂ ਦੇ ਉੱਪਰ ਜਿਹੜੇ ਫੌਜਦਾਰੀ ਮੁਕੱਦਮੇ, ਅਸੀਂ ਉਹ ਵੀ ਮੰਨ ਲਏ ਵੀ ਚਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਵਾਈ ਤੇ ਕਰਦੀ ਪਈ ਹੈ। ਜਦੋਂ ਇਹਨਾਂ ਦਾ ਬਿਆਨ ਬਾਅਦ ਵਿੱਚ ਆ ਜਾਂਦਾ ਆ, ਐਗਜ਼ੈਕਟਿਵ ਦੇ ਵਿੱਚ ਪਾਸ ਹੋ ਜਾਂਦਾ ਆ ਵੀ ਉਹਨਾਂ ਤੇ ਵਿਭਾਗੀ ਕਾਰਵਾਈ ਹੋਏਗੀ, ਉਹਨਾਂ ਤੇ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ, ਉਦੋਂ ਬਾਅਦ ਸਾਡਾ ਇੱਕ ਸਵਾਲ ਉੱਠਿਆ ਸੀ। ਮੈਂ ਕਿਹਾ ਵੀ ਜੇ ਤੁਸੀਂ ਕਹਿੰਦੇ ਵੀ ਅਸੀਂ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ, ਅਸੀਂ ਕਾਨੂੰਨ ਦਾ ਸਹਾਰਾ ਨਹੀਂ ਲਵਾਂਗੇ, ਅਸੀਂ ਆਪ ਹੀ ਸਮਰੱਥ ਹਾਂ,
ਤੇ ਜਿਹੜੇ ਪ੍ਰਧਾਨ ਨੇ ਫਿਰ ਬਾਡੀਗਾਰਡ ਰੱਖੇ ਹੋਏ ਨੇ, ਕੀ ਗੱਲ ਇਹ ਕਿਉਂ ਰੱਖੇ ਹੋਏ ਨੇ, ਇਹ ਕਾਨੂੰਨ ਦੇ ਕੋਲੋਂ ਕਿਉਂ ਲਏ ਨੇ? ਜਦੋਂ 6 ਜੂਨ ਹੁੰਦੀ ਹੈ ਉੱਥੇ ਇੰਨਾ ਜ਼ਿਆਦਾ ਪੁਲਿਸ ਦਾ ਇਕੱਠ ਕਰ ਦਿੰਦੇ ਨੇ, ਉਦੋਂ ਕਿਉਂ ਕਾਨੂੰਨ ਦਾ ਸਹਾਰਾ ਲੈਂਦੇ ਨੇ? ਜਿਹੜਾ ਗੁਰਦੁਆਰਾ ਐਕਟ ਆ ਇਹ ਕਿਵੇਂ ਕਾਨੂੰਨ ਦੇ ਬਾਹਰ ਹੋ ਕੇ ਚੱਲਦਾ? ਇਹ ਵੀ ਕਾਨੂੰਨ ਦੇ ਮੁਤਾਬਕ ਚੱਲਦਾ ਹੈ। ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨੀਆਂ ਇੱਕ ਚੈਨਲ ਦੇ ਉੱਪਰ ਕਿਹਾ ਸੀ ਵੀ ਅਸੀਂ ਧੰਨਵਾਦੀ ਹਾਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੇ, ਜਿਨ੍ਹਾਂ ਨੇ ਸਾਨੂੰ ਗ੍ਰਹਿ ਮੰਤਰਾਲੇ ਵੱਲੋਂ ਪਰਮਿਸ਼ਨ ਲੈ ਕੇ ਦਿੱਤੀ ਹੈ ਕਿ ਹੁਣ ਸਾਨੂੰ ਕੋਈ ਵਿਦੇਸ਼ ਤੋਂ ਵੀ ਸਾਡੇ ਅਕਾਊਂਟ ਦੇ ਵਿੱਚ ਪੈਸਾ ਪਾ ਸਕਦਾ ਆ, ਸਾਨੂੰ ਸਹਿਯੋਗ ਆ ਸਕਦਾ ਹੈ। ਕੀ ਗੱਲ ਇਹ ਕਾਨੂੰਨ ਤੋਂ ਬਾਹਰ ਹੋ ਗਿਆ? ਹੁਣ ਸਾਰੇ ਕੰਮ ਤੇ ਕਾਨੂੰਨ ਦੇ ਤਹਿਤ ਕਰਦੇ ਪਏ ਨੇ, ਕਾਨੂੰਨ ਦੇ ਤਹਿਤ ਕੰਮ ਕਰਦੇ ਪਏ ਨੇ, ਇੱਥੇ ਕਾਨੂੰਨ ਕਿਉਂ ਨਹੀਂ ਹੈ? ਮੇਰਾ ਸਵਾਲ ਇਹ ਹੈ। ਜਦੋਂ ਇਹ ਕਾਨੂੰਨ ਮਖੂ ਜੀ ਇਸ ਕਰਕੇ ਨਹੀਂ ਆਉਂਦਾ ਕਿਉਂਕਿ ਹੁਣ ਕਹਿੰਦੇ ਨੇ ਕਿ ਜਦ ਕੁੱਤੀ ਹੀ ਚੋਰਾਂ ਨਾਲ ਰਲੀ ਹੋਵੇ ਤਾਂ ਫੇਰ ਸੱਚ ਸਾਹਮਣੇ ਨਿਕਲ ਕੇ ਆਵੇਗੀ। ਤਾਂ ਹੁਣ ਜਿਨ੍ਹਾਂ ਨੇ ਚੋਰੀ ਕੀਤੀ ਹੈ ਅਗਰ ਉਹਨਾਂ ਨੇ ਹੀ ਆਪ ਜਾਂਚ ਕਰਕੇ ਇੱਕ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ, ਉਹਦੇ ਵਿੱਚ 15 ਬੰਦਿਆਂ ਨੂੰ ਜ਼ਿੰਮੇਵਾਰ ਠਹਿਰਾਤਾ, 20 ਨੂੰ ਠਹਿਰਾਤਾ, ਭਾਂਡਾ ਕਿਸ ਦੇ ਸਿਰ ਦੇ ਉੱਤੇ ਵੀ ਭੰਨ ਦਿੱਤਾ ਪਰ ਗਵਾਹੀ ਦਿਖਾਈ ਨਹੀਂ, ਕਿਹਨੇ ਇਲਜ਼ਾਮ ਕੀ ਲਾਏ ਨੇ, ਕਿਹਨੇ ਕੀ ਐਕਸਪਲੇਨੇਸ਼ਨ ਦਿੱਤੀ ਹੈ। ਹੁਣ ਸੰਗਤ ਵਾਸਤੇ ਤਾਂ ਉਹ ਸਾਰੀ ਗੱਲ ਗੋਲ ਮੋੜ ਰਹੇਗੀ। ਸੰਗਤ ਨੂੰ ਦਰਦ ਜਾਂ ਜਿਹੜੇ ਸਿੰਘ ਉੱਥੇ ਮੋਰਚਾ ਲਾ ਕੇ ਬੈਠੇ ਨੇ ਉਹਨਾਂ ਨੂੰ ਦਰਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੇ ਇੱਕ ਸਰੂਪ ਹੁੰਦਾ ਤਾਂ ਵੀ ਉਹਨਾਂ ਹੋਣਾ ਸੀ, 328 ਸਰੂਪ ਨੇ ਤਾਂ ਵੀ ਉਹਨਾਂ ਹੋਣਾ ਸੀ, ਪਰ ਜ਼ਿਆਦਾ ਚੁੱਪ ਕਿਉਂ ਰਹੀ ਇਹ ਗੱਲ? ਕਿਉਂਕਿ ਸਾਨੂੰ ਕੌਮ ਨੂੰ ਪਤਾ ਹੀ ਨਹੀਂ ਕਿ ਉਹ ਸਰੂਪ ਹੈ ਕਿੱਥੇ। ਜੀ ਦੇਖੋ ਇਹ ਮੰਗ ਸਾਡੀ ਸੀ ਬਈ ਉਹ ਸਰੂਪ ਕਿੱਥੇ ਦਿੱਤੇ, ਕਿਹਨੂੰ ਦਿੱਤੇ, ਅਸੀਂ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਲੈ ਆਵਾਂਗੇ। ਜੇ ਸਾਨੂੰ ਲੱਗੇਗਾ ਵੀ ਮਰਿਆਦਾ ਤੋਂ ਉੱਥੇ ਉਲਟ ਕੰਮ ਹੋ ਰਿਹਾ ਹੈ ਅਸੀਂ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਲੈ ਆਵਾਂਗੇ। ਸਾਡੀ ਮੁੱਖ ਮੰਗ ਇਹ ਹੈ ਵੀ 328 ਸਰੂਪ ਜਿਹੜੇ ਗਾਇਬ ਹੋਏ ਨੇ ਇਹਨਾਂ ਦੇ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਦੂਜੇ ਨੰਬਰ ਦੇ ਉੱਪਰ ਅਸੀਂ ਕਹਿੰਦੇ ਵੀ ਸਰੂਪ ਕਿਹਨੂੰ ਦਿੱਤੇ, ਇਹ ਰੂਪ ਰੇਖਾ ਜਿਹੜੀ ਅਸੀਂ ਪਹਿਲਾਂ ਆਪਸ ਦੇ ਵਿੱਚ, ਮੈਂ 7 ਮੈਂਬਰੀ ਕਮੇਟੀ ਦੇ ਵਿੱਚ ਨਹੀਂ ਹਾਂ, ਮੈਂ 7 ਮੈਂਬਰੀ ਜਿਹੜੀ ਕਮੇਟੀ ਉਹਦੇ ਵਿੱਚ ਨਹੀਂ ਹਾਂ, ਮੈਂ 11 ਮੈਂਬਰੀ ਦੇ ਵਿੱਚ ਨਹੀਂ ਹਾਂ। ਮੇਰਾ ਸਿਰਫ ਉਹਨਾਂ ਕੋ ਰੋਲ ਹੈ ਜਿੰਨਾ ਕੋ ਤੁਹਾਡਾ ਰੋਲ ਹੈ, ਜਿੰਨਾ ਕੋ ਹੋਰਾਂ ਵੀਰਾਂ ਦਾ ਰੋਲ ਹੈ, ਉਹਨਾਂ ਮੇਰਾ ਰੋਲ ਹੈ। ਹਾਂ ਐਜ਼ ਏ ਪ੍ਰਚਾਰਕ ਜਦੋਂ ਮੈਂ ਜਾਣਾ ਵਾ ਮੈਨੂੰ ਅਗਲੇ ਕਹਿੰਦੇ ਭਾਈ ਸਾਹਿਬ ਬੋਲੋ, ਐਜ਼ ਏ ਸਿੱਖ ਜਦੋਂ ਮੈਂ ਜਾਣਾ ਵਾ ਚੈਨਲ ਵੱਲੋਂ ਮੈਨੂੰ ਕਹਿੰਦੇ ਭਾਈ ਸਾਹਿਬ ਬੋਲੋ, ਮੈਂ ਉੱਥੇ ਬੋਲਦਾ ਵਾਂ। ਹੁਣ ਦੂਜੀ ਗੱਲ ਜਿਹੜੀ ਰੂਪ ਰੇਖਾ ਦੀ ਤੁਸੀਂ ਕੀਤੀ ਹੈ, ਅਸੀਂ ਮਨ ਬਣਾਇਆ ਵੀ ਜੇ ਇਸ ਤਰੀਕੇ ਨਾਲ ਨਹੀਂ ਹਿਸਾਬ ਕਿਤਾਬ ਦਿੰਦੇ ਪਏ, ਆਪਣੀ ਜ਼ਬਾਨ ਤੋਂ ਮੁੱਕਰਦੇ ਪਏ ਨੇ, ਥੁੱਕ ਕੇ ਚੜ੍ਹਦੇ ਪਏ ਨੇ, ਤੇ ਫਿਰ ਸਾਨੂੰ ਜਾਣਾ ਚਾਹੀਦਾ। ਅਸੀਂ ਆਪਸ ਦੇ ਵਿੱਚ ਵੀਰ ਇਕੱਠੇ ਹੋਏ, ਸਲਾਹ ਬਣਾਈ, ਮੈਸੇਜ ਛੱਡਿਆ, ਸਿੱਖ ਸੰਗਤਾਂ ਦਾ ਸਾਡੇ ਨਾਲ ਕਾਫਲਾ ਬਣਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਅਗਲੇ ਪਾਸੇ ਜਾ ਕੇ ਅਸੀਂ ਪਹਿਲੇ ਦਿਨ ਆਪਣਾ ਟਿਕਾਣਾ ਕਰ ਲਿਆ। ਕੜਾਕੇ ਦੀ ਧੁੱਪ ਸੀ, ਉਹਨਾਂ ਦੇ ਅੰਦਰ ਪੱਖੇ ਲੱਗੇ ਹੋਏ ਨੇ, ਉਹਨਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿੱਚ ਸਾਨੂੰ ਉਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਚਾਹੁੰਦੇ ਕੀ ਹੋ? ਅਸੀਂ ਕਿਹਾ ਵੀ ਸਾਡੀਆਂ ਆਹ 9 ਮੰਗਾਂ ਨੇ। 9 ਮੰਗਾਂ ਦੇ ਵਿੱਚੋਂ ਕਿਹੜੀ ਮੰਗਦੇ? 9 ਮੰਗਾਂ ਕਿਹੜੀਆਂ? 9 ਮੰਗਾਂ ਦੇ ਵਿੱਚੋਂ ਜਿਵੇਂ ਇਹ ਹੈ ਵੀ ਪਹਿਲਾਂ ਆਪਸ ਦੇ ਵਿੱਚ ਗੱਲ ਚੱਲੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਜਿਹੜੇ ਪਬਲੀਕੇਸ਼ਨ ਵਿਭਾਗ ਦੇ ਵਿੱਚੋਂ ਛਪਦੇ ਨੇ ਉਹਨਾਂ ਤੇ ਪੱਕੀ ਪਾਬੰਦੀ ਲਾਈ ਜਾਵੇ। ਫਿਰ ਆਪਸ ਦੇ ਵਿੱਚ ਕਿਹਾ ਵੀ ਅਸੀਂ ਕੌਣ ਹੁੰਦੇ ਹਾਂ ਪੱਕੀ ਪਾਬੰਦੀ ਲਾਉਣ ਵਾਲੇ? ਇਹ ਗੱਲ ਕਹਿ ਦਿਓ ਵੀ ਜਿੰਨੀ ਦੇਰ ਤੱਕ 328 ਸਰੂਪਾਂ ਦਾ ਹਿਸਾਬ ਨਹੀਂ ਦੇ ਦਿੰਦੇ ਉਨੀ ਦੇਰ ਤੱਕ ਅੱਗੇ ਸਰੂਪ ਨਹੀਂ ਛਪਣੇ ਚਾਹੀਦੇ। ਹੋਰ ਕਿਸੇ ਨੂੰ ਵੀ ਧਾਰਮਿਕ ਲਿਟਰੇਚਰ ਕਿਤਾਬਾਂ ਆਦਿ ਛਾਪ ਦੇਵੇ, ਗੁਟਕਾ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੈਂਚੀਆਂ ਛਾਪਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਇਹ ਸਾਡੀਆਂ ਕੁੱਲ ਮਿਲਾ ਕੇ ਸਾਰੀਆਂ ਜਿਹੜੀਆਂ ਮੰਗਾਂ ਸੀ। ਵੀ ਕੁਝ ਮੁਲਾਜ਼ਮ ਟੰਗ ਦਿੱਤੇ, ਬਾਕੀ ਬਚਾ ਕਿਉਂ ਲਏ ਗਏ ਨੇ? ਜਿਹੜੇ ਵੱਡੇ ਮੁਲਾਜ਼ਮ ਸੀ, ਜਿਹੜੇ ਛੋਟੇ ਸੀ ਉਹ ਮੁਅੱਤਲ ਕੀਤੇ ਗਏ, ਜਿਹੜੇ ਵੱਡੇ ਸੀ ਉਹ ਸਸਪੈਂਡ ਕੀਤੇ ਗਏ। ਮਤਲਬ ਉਹੀ ਗੱਲ ਹੈ ਜਿਹੜੇ ਉਦੋਂ ਵੀ ਵੱਡੇ ਸੀ ਉਹ ਛੁੱਟੀਆਂ ਲੈ ਕੇ ਵੀ ਚਲੇ ਗਏ। ਵੀ ਇਹ ਸਾਰਾ ਜਿਹੜਾ ਆ ਕਾਨੂੰਨੀ ਕਟਹਿਰੇ ਦੇ ਵਿੱਚ ਸਾਰਿਆਂ ਨੂੰ ਖੜੇ ਕੀਤਾ ਜਾਵੇ। ਇਹਨਾਂ ਨੇ ਸਾਨੂੰ ਉਸ ਦਿਨ ਇੰਨੀ ਗੱਲ ਕੀਤੀ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਸੈਣੀ ਸਾਹਿਬ ਲੱਕੜ ਦਾ ਮੁੰਡਾ ਦੇਣਾ, ਜਾਂ ਜਿਹਨੂੰ ਕਹਿੰਦੇ ਵੀ ਛਾਪਿਆਂ ਤੋਂ ਘਲੀਸ ਦੇਣਾ, ਜਾਂ ਜਿਹਨੂੰ ਕਹਿ ਦਿੰਦੇ ਨੇ ਫੁੱਲੀਆਂ ਪਾ ਦੇਣੀਆਂ। ਉਹ ਦਿਨ ਸਾਨੂੰ ਇਸ ਤਰੀਕੇ ਨਾਲ ਹੀ ਕੰਮ ਕੀਤਾ, ਗੋਂਗਲੂਆਂ ਤੋਂ ਮਿੱਟੀ ਤਸੱਲੀ ਦੇ ਨਾਲ ਇਹਨਾਂ ਨੇ ਝਾੜੀ। ਸਾਨੂੰ ਇਹਨਾਂ ਨੇ ਰਿਪਲਾਈ ਕੀਤਾ ਵੀ ਕੁਛ ਤੁਹਾਡੀ ਗੱਲ ਮੰਨ ਲਈ ਹੈ ਵੀ ਜਿਹੜੇ ਸਰੂਪ ਛਪਦੇ ਸੀ ਉਨੀ ਦੇਰ ਤੱਕ ਨਹੀਂ ਛਪਣਗੇ ਜਿੰਨੀ ਦੇਰ ਤੱਕ 328 ਦਾ ਹਿਸਾਬ ਨਹੀਂ ਆ ਜਾਂਦਾ। ਮੈਂ ਕਿਹਾ ਚਲੋ ਠੀਕ ਹੈ। ਧਾਰਮਿਕ ਲਿਟਰੇਚਰ ਜਿਹੜਾ ਆ ਉਹ ਕੋਈ ਹੋਰ ਨਹੀਂ ਛਾਪੇ, ਇਹ ਜਥੇਦਾਰ ਸਾਹਿਬ ਦੇ ਅਧਿਕਾਰ ਖੇਤਰ 'ਚ ਆਉਂਦਾ, ਜਥੇਦਾਰ ਸਾਹਿਬ ਨੂੰ ਬੇਨਤੀ ਕਰ ਦਿਆਂਗੇ। ਠੀਕ ਹੈ ਜੀ। ਅਗਲੇ ਦਿਨ ਇਹਨਾਂ ਨੇ ਆਪਣੀ ਉੱਥੇ ਪਾ ਦਿੱਤਾ ਜਿਹੜਾ SCPC ਦਾ ਅਫੀਸ਼ੀਅਲ ਪੇਜ ਹੈ ਵੀ ਇਹਨਾਂ ਦੀਆਂ ਮੰਗਾਂ ਮੰਨਦੀਆਂ ਗਈਆਂ ਨੇ, ਕੁਝ ਸ਼ਰਾਰਤੀ ਅਨਸਰ ਅਜੇ ਵੀ ਆਪਣੀਆਂ ਗੱਲਾਂ ਦੇ ਉੱਪਰ ਅੜੇ ਹੋਏ ਨੇ। ਮੈਂ ਕਹਿੰਦਾ ਜੇ ਮੰਗਾਂ ਮੰਨ ਲਈਆਂ, ਪਹਿਲੀ ਮੁੱਖ ਮੰਗ ਇਹ ਹੈ ਵੀ ਦੋਸ਼ੀਆਂ ਦੇ ਉੱਪਰ ਕਾਨੂੰਨੀ ਕਾਰਵਾਈ ਪਹਿਲੀ ਮੁੱਖ ਮੰਗ ਹੈ। ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਕਹਿ ਦਿੰਦਾ ਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਦੋਸ਼ੀ ਨੇ ਉਹਨਾਂ ਤੇ FIR ਕਰਵਾ ਕੇ ਤੇ ਉਹ FIR ਦੀ ਕਾਪੀ ਲੈ ਕੇ ਮੋਰਚੇ ਦੇ ਵਿੱਚ ਆ ਜਾਵੇ, ਨਾਲ ਦੀ ਨਾਲ ਅਰਦਾਸ ਕਰਕੇ ਅਸੀਂ ਮੋਰਚਾ ਚੱਕ ਦਿਆਂਗੇ ਜੀ। ਅਸੀਂ ਕੋਈ ਬੱਚਾ ਥੋੜਾ ਉੱਥੇ ਲਵਾਉਣਾ ਹੈ। ਬਿਲਕੁਲ ਜੀ ਬਿਲਕੁਲ, ਕਿਉਂਕਿ ਹਰ ਕਿਸੇ ਨੂੰ ਦਰਦ ਹੋਇਆ ਆ ਇਹ ਘਟੀਆ ਹਰਕਤ ਤੋਂ ਬਾਅਦ, ਕਿਉਂਕਿ ਜਿਹੜੀ ਜ਼ਿੰਮੇਵਾਰ ਸੰਸਥਾ ਹੈ ਜਿਹਨੂੰ ਅਸੀਂ ਸਰਮੂਰ ਜਥੇਬੰਦੀ ਕੌਮ ਦੀ ਕਹਿੰਦੇ ਆ, ਉਹ ਇੰਨੀ ਵੱਡੀ ਕੁਤਾਹੀ ਕਰਦੀ ਹੈ, ਅਗਰ ਉੱਥੇ ਇੰਨਾ ਵੱਡਾ ਗੁਨਾਹ ਹੁੰਦਾ ਹੈ ਤਾਂ ਉਹ ਬਖਸ਼ਣਯੋਗ ਨਹੀਂ ਹੈ। ਦੂਸਰੀ ਚੀਜ਼ ਆਨੇ ਆ ਜਿਸ ਦਿਨ ਸਭ ਤੋਂ ਵੱਧ ਟਾਸਕ ਫੋਰਸ ਲੱਗੀ ਜੀ, ਇੱਕ ਨਿਹੰਗ ਸਿੰਘ ਦੀ ਦਸਤਾਰ ਉਤਾਰੀ ਗਈ, ਕੁੱਟਮਾਰ ਉਹਨੂੰ ਕੀਤੀ ਗਈ।
ਐਸਜੀਪੀਸੀ ਦੇ ਅਧਿਕਾਰੀਆਂ ਨੇ ਕੈਮਰੇ ਤੱਕ ਘੁਮਾ ਦਿੱਤੇ ਜਿੱਧਰਲੇ ਪਾਸੇ ਮੋਰਚਾ ਲੱਗਿਆ ਹੋਇਆ ਸੀ। ਉਹ ਵੀ ਵੀਡੀਓ ਸਾਰੀਆਂ ਹੈਗੀਆਂ ਨੇ। ਐਸਜੀਪੀਸੀ ਦੇ ਹੀ ਬਹੁਤ ਸਾਰੇ ਇੰਪਲਾਈ ਸੀਗੇ ਜਿਹੜੇ ਕੁੱਟ ਰਹੇ ਸੀ, ਸਿੰਘਾਂ ਨੂੰ ਧੱਕੇ ਮਾਰ ਰਹੇ ਸੀ, ਮੀਡੀਆ ਤੱਕ ਨੂੰ ਨਹੀਂ ਬਖਸ਼ਿਆ ਗਿਆ। ਤੇ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਵੀ ਇੱਕ ਬਹੁਤ ਜ਼ਿਆਦਾ ਚਹੇਤਾ ਬੰਦਾ ਸੀ ਜਿਹੜੇ ਧੱਕੇ ਮਾਰਨ 'ਚ ਸਭ ਤੋਂ ਅੱਗੇ ਸੀ। ਪਰ ਉਹਦੇ ਉੱਤੇ ਤੁਹਾਡੇ ਤੇ ਇਲਜ਼ਾਮ ਇਹ ਲੱਗਿਆ ਕਿ ਉਹਨਾਂ ਨਿਹੰਗ ਸਿੰਘਾਂ ਨੂੰ ਭੜਕਾਉਣ ਵਾਲਾ ਹਰਪ੍ਰੀਤ ਸਿੰਘ ਮੱਖੂ ਸੀ, ਉਹਨਾਂ ਨੂੰ ਡਾਂਗਾ ਫਰਾਉਣ ਵਾਲਾ ਹਰਪ੍ਰੀਤ ਸਿੰਘ ਮੱਖੂ ਸੀ। ਤੇ ਜਦੋਂ ਉਹਨਾਂ ਨੂੰ ਡਾਂਗਾ ਫਿਰਦੀਆਂ ਪਈਆਂ ਸੀ, ਹਰਪ੍ਰੀਤ ਸਿੰਘ ਮੱਖੂ ਉੱਥੋਂ ਗਾਇਬ ਸੀ, ਉਹਨੂੰ ਰਗੜ ਤੱਕ ਨਹੀਂ ਆਈ। ਇਹਨੂੰ ਕਿੱਦਾਂ ਜਸਟੀਫਾਈ ਕਰੋਗੇ? ਬਿਲਕੁਲ ਤੁਸੀਂ ਸੋਹਣਾ ਸਵਾਲ ਕੀਤਾ ਔਰ ਮੈਂ ਚਾਹੁੰਦਾ ਵੀ ਇਸ ਸਵਾਲ ਦਾ ਜਵਾਬ ਵਧੀਆ ਕੀਤਾ ਵੀ ਤੁਸੀਂ ਆਪਣੇ ਰਾਖੀ ਇਹ ਮੈਨੂੰ ਵੀ ਆਪਣੀ ਗੱਲ ਕਹਿਣ ਦਾ ਅਧਿਕਾਰ ਦਿੱਤਾ ਹੈ, ਕਿਉਂਕਿ ਦੋਸ਼ ਮੇਰੇ ਤੇ ਲੱਗਾ ਨਾ। ਜੇ ਦੋਸ਼ ਲੱਗਾ ਤੇ ਉਹਦਾ ਰਿਪਲਾਈ ਮੈਨੂੰ ਕਰਨਾ ਚਾਹੀਦਾ ਆ। ਠੀਕ ਹੈ, ਪਹਿਲੀ ਗੱਲ ਤੇ ਇਹ ਹੈ ਵੀ ਉਸ ਦਿਨ ਕਿਸਾਨ ਭਰਾਵਾਂ ਦਾ ਮੋਰਚਾ ਸੀ। ਮੈਂ ਆਪਣੇ ਘਰ ਦੇ ਵਿੱਚੋਂ ਗੱਡੀ ਲੈ ਕੇ ਨਿਕਲਿਆ ਵਾਂ। ਮੇਰੇ ਨਾਲ ਸੁਖਵੰਤ ਸਿੰਘ ਮੱਖੂ ਹੈ ਜਿਹੜਾ ਉੱਥੋਂ ਦਾ ਗ੍ਰੰਥੀ ਸਿੰਘ ਹੈ, ਇੱਕ ਬੈਕ ਫਤੂ ਦਾ ਨਿਹੰਗ ਸਿੰਘ ਹੈ ਤੇ ਜਿਹਦਾ ਨਾਮ ਹੈ ਅਜੀਤ ਸਿੰਘ। ਮੈਂ ਵਿਦ ਨੇਮ ਵਿਦ ਪ੍ਰੂਫ ਗੱਲ ਕਰਦਾ ਪਿਆ ਵਾਂ। ਅਸੀਂ ਉੱਥੋਂ ਗੱਡੀ ਲੈ ਕੇ ਨਿਕਲੇ ਤੇ ਅਗਲੇ ਪਾਸੇ ਮੱਖੂ ਤੋਂ ਬਾਹਰ ਨਿਕਲਦਿਆਂ ਸਾਰ ਕੀ ਪੁਲਿਸ ਨੇ ਸਾਨੂੰ ਰੋਕ ਦਿੱਤਾ, ਕਹਿੰਦੇ ਗੱਡੀਆਂ ਨਹੀਂ ਜਾਣੀਆਂ ਜੀ। ਅਸੀਂ ਤਾਂ ਫੇਰ ਕਹਿੰਦੇ ਕਿਸਾਨਾਂ ਨੇ ਅਗਲੇ ਪਾਸੇ ਧਰਨਾ ਲਾਇਆ ਹੋਇਆ। ਅਸੀਂ ਕਿਹਾ ਯਾਰ ਤੁਸੀਂ ਇੱਧਰੋਂ ਲੰਘਾ ਦਿਓ, ਅਗਲੇ ਕਿਸਾਨਾਂ ਨੂੰ ਬੇਨਤੀ ਕਰ ਜਾਗੇ। ਕਹਿੰਦਾ ਭਾਜੀ ਟਰੱਕ ਤੇ ਟਰਾਲੀਆਂ ਲੱਗੇ ਹੋਏ ਨੇ, ਇੱਥੋਂ ਤੁਸੀਂ ਨਹੀਂ ਲੰਘ ਸਕਦੇ। ਮੈਂ ਕਿਹਾ ਵੀ ਮਿੱਤਰੋ ਜਾਣਾ ਆਪਾਂ ਜ਼ਰੂਰ ਹੈ ਉੱਥੇ ਮੋਰਚੇ ਤੇ। ਹੁਣ ਆਪਾਂ ਮੇਨ ਬੰਦਿਆਂ ਦੇ ਵਿੱਚੋਂ ਆ ਗਏ, ਭਾਵੇਂ 7 ਮੈਂਬਰੀ 11 ਮੈਂਬਰੀ ਵਿੱਚ ਨਹੀਂ, ਪਰ ਚਿਹਰੇ ਤੇ ਆਪਾਂ ਵਿੱਚ ਆ ਰਹੇ ਆ ਨਾ, ਤੇ ਆਪਣਾ ਫਰਜ਼ ਵੀ ਬਣਦਾ ਆ। ਤੇ ਨਾਲੇ ਜਦੋਂ ਘਰੋਂ ਤਿਆਰ ਹੋ ਕੇ ਨਿਕਲੇ ਹੋਈਏ, ਸਾਡੇ ਹੱਥਾਂ ਵਿੱਚ 3-3 ਫੁੱਟੀਆਂ ਕਿਰਪਾਨਾਂ ਹੋਣ ਤੇ ਫਿਰ ਘਰ ਨੂੰ ਵਾਪਸ ਮੁੜ ਕੇ ਚੰਗਾ ਨਹੀਂ ਲੱਗਦਾ। ਅਸੀਂ ਵੀਰ ਜੀ ਆਪਣੀ ਗੱਡੀ ਰੋਕੀ ਹੈ, ਹਰਪਾਲ ਸਿੰਘ ਮੱਖੂ ਦਾ ਬੁਲਟ ਮੋਟਰਸਾਈਕਲ ਸਟਾਰਟ ਕੀਤਾ। 75 ਕਿਲੋਮੀਟਰ ਅਸੀਂ ਮੋਟਰਸਾਈਕਲ ਦੇ ਉੱਪਰ ਜਾ ਕੇ ਤੇ ਉੱਥੇ ਆਪਣਾ ਜਦੋਂ ਆਪੜਦੇ ਆ ਬਾਹਰਲੇ ਪਾਸੇ ਲੰਗਰ ਹਾਲ ਵਾਲੇ ਪਾਸੇ ਜਿਹੜਾ ਗੇਟ ਹੈ, ਬਾਹਰਲੇ ਪਾਸੇ ਜਦੋਂ ਮੋਟਰਸਾਈਕਲ ਆਪਣਾ ਰੋਕਿਆ, ਗੁਰਪ੍ਰੀਤ ਸਿੰਘ ਵੀਰ ਹੈ ਜਿਹੜਾ ਬੜਾ ਸੋਹਣਾ ਲਿਖਦਾ ਵੀ ਹੈ ਤੇ ਬੜਾ ਸੋਹਣਾ ਗਾਉਂਦਾ ਵੀ ਹੈ, ਬਹੁਤ ਵਧੀਆ ਲਿਖਦਾ, ਆਰਟਿਸਟ ਹੈ ਮੁੰਡਾ। ਤੇ ਉਹਦੀ ਮੇਰੇ ਖਿਆਲ ਆਈਡੀ ਵੀ ਇਸ ਕਰਕੇ ਵੀ ਗੁਰਪ੍ਰੀਤ ਸਿੰਘ ਆਰਟਿਸਟ ਕਰ ਗਿਆ, ਬਹੁਤ ਵਧੀਆ ਲਿਖਦਾ, ਬਹੁਤ ਵਧੀਆ ਗਾਉਂਦਾ। ਜਦੋਂ ਅਸੀਂ ਮੋਟਰਸਾਈਕਲ ਰੋਕਿਆ, 75 ਕਿਲੋਮੀਟਰ ਦਾ ਸਫ਼ਰ ਕਰਕੇ ਆਏ ਸਾਂ ਮੋਟਰਸਾਈਕਲ ਦੇ ਉੱਪਰ, ਤੇ ਜਦੋਂ ਅਸੀਂ ਮੋਟਰਸਾਈਕਲ ਰੋਕਿਆ ਤੇ ਉਹ ਵੀਰ ਸਾਡੇ ਕੋਲ ਆਇਆ, ਕਹਿੰਦਾ ਭਾਜੀ। ਮੈਂ ਕਿਹਾ ਹਾਂਜੀ। ਕਹਿੰਦਾ ਭਾਜੀ ਆਹ ਵੇਖੋ ਨੇ, ਇਸ ਤਰ੍ਹਾਂ ਕਰਕੇ ਆਹ ਖਰੇ ਆਹ ਪਾਸਾ ਸੀ, ਖੱਬਾ ਪਾਸਾ ਵਿਖਾਇਆ। ਕਹਿੰਦਾ ਭਾਜੀ ਆਹ ਵੇਖੋ। ਮੈਂ ਕੀ ਹੋਇਆ? ਕਹਿੰਦਾ ਦੇਖੋ ਜੀ ਮੈਨੂੰ ਵੀ ਮਾਰਿਆ ਗਿਆ। ਮੈਂ ਤੈਨੂੰ ਕਿਉਂ ਹੋਇਆ ਕੀ ਹੈ? ਉਹ ਕਹਿੰਦਾ ਭਾਜੀ ਮੇਰੇ ਤੋਂ ਖੜਿਆ ਨਹੀਂ ਜਾ ਰਿਹਾ। ਮੈਂ ਕਿਉਂ? ਕਹਿੰਦਾ ਮੇਰੇ ਲੱਤਾਂ ਤੇ ਡਾਂਗਾ ਪਈਆਂ ਨੇ। ਮੈਂ ਕਿਹਾ ਹੋਇਆ ਕੀ ਹੈ, ਮੈਨੂੰ ਪੂਰੀ ਕਲੀਅਰ ਗੱਲ ਦੱਸ। ਕਹਿੰਦਾ ਤੁਹਾਡੇ ਆਉਣ ਤੋਂ 1 ਘੰਟਾ ਪਹਿਲਾਂ, ਹੁਣ ਇੱਥੋਂ ਗੱਲ ਕਲੀਅਰ ਹੋ ਗਈ ਜੀ। ਮੈਂ ਕਹਿੰਦਾ ਵੀ ਮੈਂ ਚੈਨਲ ਤੇ ਗੱਲ ਕੀਤੀ ਹੈ, ਜੇ ਕੋਈ ਕਹਿੰਦਾ ਵੀ ਮੱਖੂ ਨੇ ਆ ਕੇ ਉਕਸਾਇਆ ਤੇ ਫੇਰ ਡਾਂਗ ਪਈ, ਉਸ ਕੋਈ ਐਸਜੀਪੀਸੀ ਦੇ ਕੈਮਰਿਆਂ ਦਾ ਸਬੂਤ ਹੈ ਨਾ, ਕੈਮਰਿਆਂ ਦੇ ਵਿੱਚੋਂ ਇਹ ਸਾਬਤ ਕਰ ਦੇਣ ਕਿ ਜਦੋਂ ਡਾਂਗ ਪੈਂਦੀ ਹੈ ਉਸ ਤੋਂ ਪਹਿਲਾਂ ਜਾਂ ਡਾਂਗ ਦੇ ਦੌਰਾਨ ਮੱਖੂ ਉੱਥੇ ਸੀ, ਮੱਖੂ ਨੇ ਉਕਸਾਇਆ, ਮੈਂ ਆਪਣੀ ਧੌਣ ਵਧਾਉਣ ਨੂੰ ਤਿਆਰ ਹੋ ਜਾਊਂਗਾ। ਤੇ ਇਹ ਇਲਜ਼ਾਮ ਫਿਰ ਕਿਉਂ ਲੱਗੇ? ਕੌਣ ਹੈ ਜੋ ਮੈਂ ਦੱਸਦਾ ਮੈਂ ਹੋਇਆ ਕੀ। ਮੈਂ ਦੱਸਦਾ ਹੋਇਆ ਕੀ। ਜਦੋਂ ਮੈਂ ਆਇਆ ਤੇ ਉਦੋਂ ਉਹਨੇ ਜਦੋਂ ਦੱਸਿਆ, ਕਹਿੰਦਾ ਭਾਜੀ ਤੁਹਾਡੇ ਆਉਣ ਤੋਂ ਘੰਟਾ ਕੁ ਪਹਿਲਾਂ, ਹੋ ਸਕਦਾ ਘੰਟਾ ਪਹਿਲਾਂ ਜਾਂ 50 ਮਿੰਟ ਪਹਿਲਾਂ, ਕਿਉਂਕਿ ਐਸਜੀਪੀਸੀ ਕੱਲ ਨੂੰ ਕੋਈ ਵੀਡੀਓ ਵੀ ਦੇ ਸਕਦੀ ਹੈ ਨਾ, ਆਪਾਂ ਉਹਨਾਂ ਦੱਸਦੇ ਹਾਂ ਵੀ ਉਸ ਸਮੇਂ ਦੇ ਉੱਪਰ ਮੈਂ ਨਹੀਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 4 ਚੁਫੇਰੇ ਕੈਮਰੇ ਲੱਗੇ ਹੋਏ ਨੇ, ਉਸ ਪਾਸੇ ਦੇ ਵਿਸ਼ੇਸ਼ ਤੌਰ ਤੇ ਲੱਗੇ ਹੋਣਗੇ ਕਿਉਂਕਿ ਲੰਗਰ ਹਾਲ ਦਾ ਪਾਸਾ ਆ ਜਾਂਦਾ ਆ, ਉਹਦੇ ਵਿਸ਼ੇਸ਼ ਤੌਰ ਤੇ ਲੱਗੇ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀਡੀਓ ਜਨਤਕ ਕਰ ਦੇਵੇ ਜੇ ਜਿਹੜੇ ਕਹਿੰਦੇ ਮੱਖੂ ਨੇ ਆ ਕੇ ਉਕਸਾਇਆ। ਵੀਰ ਜੀ ਜਦੋਂ ਮੈਂ ਅੰਦਰਲੇ ਪਾਸੇ, ਨਾਲ ਮੇਰੇ ਹੁਣ 2 ਹੀ ਬੰਦੇ ਸੀ, ਤੀਜਾ ਮੈਂ ਸਾਂ, ਜਦੋਂ ਅੰਦਰਲੇ ਪਾਸੇ ਲੱਗਾ ਜਾਣ ਤੇ ਕਾਫੀ ਹਜੂਮ ਉਦੋਂ ਤੱਕ ਇਕੱਠਾ ਹੋ ਚੁੱਕਾ ਸੀ ਸਿੱਖ ਸੰਗਤ ਦਾ, ਤੇ ਬੈਰੀਕੇਡ ਲੱਗੇ ਹੋਏ ਸਨ। ਬੈਰੀਕੇਡ ਦੇ ਪਰਲੇ ਪਾਸੇ ਸਤਿਕਾਰ ਕਮੇਟੀਆਂ ਸੀ ਤੇ ਬੈਰੀਕੇਡ ਦੇ ਇਧਰਲੇ ਪਾਸੇ ਜਿਹੜਾ ਸੀ ਉਹ ਸਾਰਾ ਸੰਗਤ ਇਕੱਠੀ ਹੋਈ ਸੀ। ਹੁਣ ਇਧਰਲੇ ਉਧਰ ਨਹੀਂ ਸੀ ਜਾ ਸਕਦੇ, ਉਧਰਲੇ ਇਧਰ ਨਹੀਂ ਸੀ ਆ ਸਕਦੇ। ਮੈਂ ਜਦੋਂ ਉੱਥੇ ਗਿਆ, ਹੁਣ ਜਦੋਂ ਵੀਰ ਨੇ ਦੱਸਿਆ ਵੀ ਸਾਡੇ ਡਾਂਗਾ ਪਈਆਂ, ਸਾਡਾ ਕਸੂਰ ਕੋਈ ਨਹੀਂ ਸੀ, ਉਹਦਾ ਤਾਂ ਵਿਚਾਰਾ ਦਾ, ਉਹਦੇ ਕੋਲ ਕੀ ਸੀ, ਇੱਕ ਮੋਬਾਈਲ ਸੀ, ਹੋਰ ਤੇ ਕੁਝ ਵੀ ਨਹੀਂ ਸੀ, ਉਹਦੇ ਕੋਲ ਤੇ 3 ਫੁੱਟੀ ਕਿਰਪਾਨ ਵੀ ਨਹੀਂ ਸੀ, ਲਾਇਸੈਂਸੀ ਹਥਿਆਰ ਵੀ ਨਹੀਂ ਸੀ, ਕੁਝ ਵੀ ਨਹੀਂ ਸੀ। ਜਦੋਂ ਉਹਨੇ ਇੰਨੀ ਗੱਲ ਦੱਸੀ, ਫਿਰ ਵੀਰ ਜੀ ਮੈਨੂੰ ਗੁੱਸਾ ਆਇਆ, ਮੈਂ ਸਿੱਧਾ ਅੰਦਰ ਗਿਆ। ਅੰਦਰ ਜਾਂਦੇ ਮੇਰੇ ਮੂੰਹ ਦੇ ਵਿੱਚੋਂ ਕੋਈ ਜ਼ਬਾਨ ਨਿਕਲੀ ਹੈ, ਮੈਂ ਕਿਹਾ ਵੀ ਹੁਣ ਟਾਈਮ ਪਾ ਕੇ ਹੁਣ ਆ ਜਾਓ। ਅਸੀਂ ਚਾਹੁੰਦੇ ਨਹੀਂ ਸੀ ਵੀ ਗੁਰਦੁਆਰੇ ਵਿੱਚ ਇਹੋ ਜਿਹਾ, ਦੇਖੋ ਵੀਰ ਜੀ ਅਸੀਂ ਬੇਅਦਬੀਆਂ ਦਾ ਹਿਸਾਬ ਲੈਣ ਗਏ ਹਾਂ, ਅਸੀਂ ਆਪ ਹੀ ਉੱਥੇ ਇੱਕ ਬੇਅਦਬੀ ਗੌਰ ਕਰ ਦਈਏ ਤੇ ਦੋਸ਼ੀ ਤੇ ਅਸੀਂ ਵੀ ਆ ਨਾ। ਦਰਬਾਰ ਸਾਹਿਬ ਦੇ ਵਿੱਚ ਇਕੱਲਾ ਸਿੱਖ ਨਹੀਂ ਆਉਂਦਾ, ਪੂਰੀ ਦੁਨੀਆ ਦੇ ਲੋਕ ਆਉਂਦੇ, ਕੀ ਵੇਖਣਗੇ? ਉਹ ਚੀਜ਼ ਮਨ ਦੇ ਵਿੱਚ ਜਦੋਂ ਗੁੱਸਾ ਆਇਆ, ਫਿਰ ਮੈਂ ਸਿੱਧਾ ਅੰਦਰ ਗਿਆ। ਕਾਫੀ ਇਕੱਠ ਹੋ ਚੁੱਕਾ ਸੀ ਉਦੋਂ ਤੱਕ, ਤੇ ਉੱਥੇ ਪਰਮਜੀਤ ਸਿੰਘ ਅਕਾਲੀ ਵੀ, ਤੇ ਉਦੋਂ ਐਸਟੀਪੀਸੀ ਦਾ ਮੈਨੇਜਰ ਵੀ ਉੱਥੇ ਆ ਚੁੱਕਾ ਸੀ, ਪ੍ਰਤਾਪ ਸਿੰਘ। ਹੋਰ ਵੀ ਕਾਫੀ ਵੀਰ ਸਨ, ਜਿਨ੍ਹਾਂ ਦੇ ਵਿੱਚੋਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਸੀ, ਕਾਫੀ ਜਣੇ ਇਕੱਠੇ ਹੋ ਚੁੱਕੇ ਸਨ। ਜਦੋਂ ਉੱਥੇ ਆਏ, ਮੈਂ ਜਾਂਦਿਆਂ ਸਾਰ ਇੱਕੋ ਗੱਲ ਕੀਤੀ, ਮੈਂ ਕਿਹਾ ਵੀ ਆਹ ਤੇ ਤੁਸੀਂ ਕਰ ਲਿਆ ਜਿਹੜਾ ਹੋ ਗਿਆ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਤੁਸੀਂ ਇਹੋ ਜਿਹੀ ਕਮੀਨੀ ਹਰਕਤ ਕਰੋਗੇ। ਤੁਸੀਂ ਹੁਣ ਟਾਈਮ ਪਾ ਕੇ ਆ ਜਾਓ, ਸਰਾਵਾਂ ਵੀ ਤੁਹਾਨੂੰ ਦਿੱਤੀਆਂ, ਜੇ ਕਮਰਿਆਂ ਚੋਂ ਲੱਭ ਕੇ ਤੁਹਾਨੂੰ ਨਾ ਤਸੱਲੀ ਨਾਲ ਕੁੱਟਿਆ ਤੇ ਫਿਰ ਸਾਨੂੰ ਦੱਸਿਆ ਜੇ।
ਜਦੋਂ ਇਹ ਗੱਲ ਕੈਮਰੇ ਮੂਹਰੇ ਆ ਜਾਂਦੀ ਹੈ ਤੇ ਬਾਕੀ ਵੀ ਕੈਮਰਾਮੈਨ, ਬਾਕੀ ਸਾਰਾ ਮੀਡੀਆ ਵੀਰ ਜਿਹੜਾ ਉਹ ਅੱਗੇ ਆ ਜਾਂਦੇ ਨੇ, ਉਹ ਸਾਰੇ ਅੱਗੇ ਆਏ। ਫਿਰ ਪ੍ਰਤਾਪ ਸਿੰਘ ਜਿਹੜਾ ਮੈਨੇਜਰ ਸੀ ਕਹਿੰਦਾ ਜੀ ਮੈਂ ਮਾਫੀ ਮੰਗਦਾ ਵਾਂ, ਜੇ ਸਾਡੇ ਬੰਦਿਆਂ ਵੱਲੋਂ ਗਲਤੀ ਕੀ ਹੋਈ ਤੇ ਮੈਂ ਮਾਫੀ ਮੰਗਦਾ ਵਾਂ। ਉਦੋਂ ਮੇਰੇ ਮੂੰਹ ਦੇ ਵਿੱਚੋਂ ਕਈ ਐਸੇ ਵਰਡ ਨਿਕਲੇ, ਮੈਂ ਕਿਹਾ ਮੂੰਹ ਖੋਲੋ ਪਹਿਲਾਂ, ਕਿਉਂਕਿ ਮੂੰਹ ਦੇ ਉੱਪਰ ਰੁਮਾਲ ਬੰਨਿਆ ਹੋਇਆ ਸੀ। ਸੰਗਤ ਦੇ ਸਾਹਮਣੇ ਆਓ। ਤੇ ਮੈਂ ਕਿਹਾ ਨਾਲੇ ਦੂਜੀ ਗੱਲ ਜਿਹੜੀ ਹੈ, ਮੈਂ ਕਿਹਾ ਤੁਸੀਂ ਸਾਡੇ ਬੰਦਿਆਂ ਨੂੰ ਕੁੱਟ ਲਿਆ, ਇਹਨਾਂ ਨੂੰ ਪਤਾ ਨਹੀਂ ਸੀ ਵੀ ਤੁਸੀਂ ਇਸ ਤਰੀਕੇ ਦੀ ਹਰਕਤ ਦੇ ਉੱਪਰ ਆਓਗੇ ਇਹਨੇ ਨੀਵੇਂ ਪੱਧਰ ਦੇ ਉੱਪਰ। ਕਹਿੰਦਾ ਜੀ ਮੈਂ ਮਾਫੀ ਮੰਗਦਾ ਵਾਂ। ਮੈਂ ਕਿਹਾ ਹੁਣ 5 ਮਿੰਟ ਸਾਨੂੰ ਦੇ ਦਿਓ, ਅਸੀਂ ਗੱਲ ਦੇ ਵਿੱਚ ਪੱਲਾ ਪਾ ਕੇ ਮਾਫੀ ਮੰਗ ਲਾਂਗੇ। 5 ਮਿੰਟ ਸਾਨੂੰ ਦੇ ਦਿਓ, ਤਸੱਲੀ ਦੇ ਨਾਲ ਕੁੱਟ ਕੇ ਅਸੀਂ ਕਰ ਲੈਂਦੇ ਹਾਂ ਆਪਦੀ ਕਾਰਵਾਈ, ਤੇ ਉਸ ਤੋਂ ਬਾਅਦ ਗੱਲ ਦੇ ਵਿੱਚ ਪੱਲਾ ਪਾ ਕੇ ਅਸੀਂ ਮਾਫੀ ਮੰਗ ਲਾਂਗੇ। ਹੁਣ ਉਹ ਵੀਡੀਓ ਜਿਹੜੀ ਹੈ ਵਾਇਰਲ ਹੋਈ। ਹੁਣ ਤੁਸੀਂ ਦੇਖੋ ਵੀ ਉਹ ਵੀਡੀਓ ਦੇ ਬੋਲ ਹੀ ਦੱਸਦੇ ਪਏ ਨੇ ਵੀ ਉਹ ਘਟਨਾ ਤੋਂ ਬਾਅਦ ਹੀ ਬੋਲਿਆ ਗਿਆ ਹੋਵੇਗਾ ਨਾ। ਘਟਨਾ ਤੋਂ ਬਾਅਦ ਦੇ ਬੋਲ ਨੇ, ਘਟਨਾ ਤੋਂ ਪਹਿਲਾਂ ਦੇ ਬੋਲ ਤੇ ਹੈ ਨਹੀਂ ਗੇ। ਤੇ ਘਟਨਾ ਤੋਂ ਪਹਿਲਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਬਾਣੀ ਅਖੰਡ ਬਾਣੀ ਰੱਖੀ ਮੈਂ ਚੈਲੰਜ ਕਰਦਾ ਵਾਂ। ਉਸ ਵੀਡੀਓ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਇਸ ਵੀਡੀਓ ਦੇ ਆਧਾਰ ਤੇ ਇਸ ਵੀਡੀਓ ਆਹ ਦੇਖੋ ਲੜਾਈ ਹੋਈ ਹੈ। ਸਾਰਿਆ ਤੇ ਮਖੂ ਜਿਹੜਾ ਸੀ, ਮਖੂ ਉਕਸਾ ਕੇ ਤੇ ਨਿਕਲ ਗਿਆ। ਤੁਸੀਂ ਇੱਕ ਲਾਓ ਅੰਦਾਜ਼ਾ ਵੀ ਏਡੇ ਵੱਡੇ ਕੱਟ ਦੇ ਵਿੱਚ ਉਕਸਾ ਕੇ ਮੈਂ ਨਿਕਲ ਜਾਵਾਂ ਤੇ ਘਟਨਾ ਤੋਂ ਬਾਅਦ ਮੈਂ ਆਵਾਂ ਤੇ ਜਿਹੜੇ ਸਾਰੇ ਸਿੱਖ ਨੇ ਫਿਰ ਮੈਨੂੰ ਉਸੇ ਵੇਲੇ ਜੱਫੀ ਪਾ ਕੇ ਮਿਲ ਜਾਣਗੇ। ਨਹੀਂ, ਨਾਲੇ ਬਹੁਤ ਉੱਥੇ ਬੰਦੇ ਮੌਤਵਰ ਬੈਠੇ ਹੋਏ ਨੇ, ਬਹੁਤ ਕੌਮੀ ਸਿੰਘ ਬੈਠੇ ਹੋਏ ਨੇ, ਸਮਝਦਾਰ ਸ਼ਖਸੀਅਤਾਂ ਬੈਠੀਆਂ ਹੋਈਆਂ ਨੇ। ਕੋਈ ਇੰਨਾ ਮੂਰਖ ਨਹੀਂ ਹੈ ਕਿ ਕਿਸੇ ਇੱਕ ਜਣ ਦੇ ਕਹਿਣ ਦੇ ਪਿੱਛੇ ਕੋਈ ਇੰਨਾ ਲੱਗ ਜਾਵੇ ਤੇ ਇਸ ਹੱਦ ਤੱਕ ਬਵਾਲ ਚਲਾ ਜਾਵੇ। ਪਰ ਐਸਜੀਪੀਸੀ ਦਾ ਜੋ ਰੋਲ ਹੈ, ਜੋ ਰੋਲ ਐਸਜੀਪੀਸੀ ਨੂੰ ਅਦਾ ਕਰਨਾ ਚਾਹੀਦਾ ਹੈ, ਹੁਣ ਤੋਂ ਨਹੀਂ ਬੀਤੇ ਕਈ ਦਹਾਕਿਆਂ ਤੋਂ ਉਹ ਰੋਲ ਨਹੀਂ ਅਦਾ ਕੀਤਾ ਜਾ ਰਿਹਾ। ਉਹ ਦੁਨੀਆ ਜਾਣਦੀ ਹੈ। ਮੀਰੀ ਤੇ ਪੀਰ ਦਾ ਸਿਧਾਂਤ ਕਦੋਂ ਤੋਂ ਇਹਨਾਂ ਨੇ ਪੁੱਠਾ ਕੀਤਾ ਹੋਇਆ ਹੈ, ਤਹਿਸ ਨਹਿਸ ਕੀਤਾ ਹੋਇਆ, ਉਹ ਦੁਨੀਆ ਜਾਣਦੀ ਹੈ। ਪਰ ਹੁਣ ਆਏ ਦਿਨ ਕੋਈ ਨਾ ਕੋਈ ਵੱਧ ਤੋਂ ਬੱਦਰ ਅਜਿਹੀ ਹਰਕਤ ਹੁੰਦੀ ਹੈ ਜੋ ਸਿੱਖ ਕੌਮ ਨੂੰ ਕਦੇ ਬਰਦਾਸ਼ਤ ਨਹੀਂ। ਬੀਤੇ ਦਿਨੀ ਤੁਸੀਂ ਸਭ ਜਾਣਦੇ ਹੋ ਕਿ 3 ਤਖਤਾਂ ਤੋਂ ਇੱਕ ਸਿਆਸੀ ਰੈਲੀ ਨਿਕਲੀ ਹੈ, ਮਾਰਚ ਨਿਕਲਿਆ ਹੈ। ਤੇ ਅਗਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵਾਕਈ ਹੀ ਅਕਾਲੀ ਫੂਲਾ ਸਿੰਘ ਵਰਗੇ ਫੈਸਲੇ ਲੈਣਾ ਜਾਣਦੇ ਤਾਂ ਹੁਣ ਤਲਬ ਕਰਦੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਹੁਕਮ ਦਿੱਤੇ ਕਿ ਹਾਂ ਤੁਸੀਂ ਕਰ ਸਕਦੇ ਹੋ ਸਿਆਸੀ ਰੈਲੀਆਂ ਗੁਰੂ ਘਰਾਂ ਤੋਂ ਆਪਣੀ ਚੰਡੀਗੜ੍ਹ ਤੱਕ ਦੀ। ਤੇ ਅਗਰ ਵਾਕਈ ਹੀ ਉਹ ਬੰਦੇ ਸਿਆਸਤਦਾਨਾਂ ਦੇ ਹੱਥ ਠੋਕੇ ਨਹੀਂ ਹੈ ਤਾਂ ਫਿਰ ਕਿੱਦਾਂ ਸਾਡੇ ਤਖਤ ਸਿਆਸਤਦਾਨ ਵਰਤ ਰਹੇ ਨੇ, ਕਿੱਦਾਂ ਸਾਡੀਆਂ ਗੋਲਕਾਂ ਸਿਆਸਤਦਾਨ ਵਰਤ ਰਹੇ ਨੇ, ਕਿੱਦਾਂ ਜੋ ਫੰਡ ਦੂਜਿਆਂ ਵਾਸਤੇ, ਗਰੀਬ ਗੁਰਿਆਂ ਵਾਸਤੇ ਦੇਣੇ ਚਾਹੀਦੇ ਨੇ ਉਹ ਖਾਦੇ ਜਾ ਰਹੇ ਨੇ, ਕਾਗਜ਼ਾਂ ਦੇ ਵਿੱਚ, ਪੇਪਰਾਂ ਦੇ ਵਿੱਚ ਸਿਰਫ ਵਿਖਾਏ ਜਾ ਰਹੇ ਨੇ। ਪਰ ਮੱਖੂ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ, ਸਾਰੇ ਮੋਰਚੇ ਵਿੱਚ ਤੁਹਾਡਾ ਆਪਣਾ ਰੋਲ ਕੀ ਹੈ? ਕਿਉਂਕਿ ਤੁਸੀਂ ਨਾ 7 ਮੈਂਬਰੀ ਚ ਹੋ ਨਾ 11 ਮੈਂਬਰੀ ਚ ਹੋ, ਫਿਰ ਰੋਲ ਕੀ ਹੈ ਤੁਹਾਡਾ? ਸਿਰਫ ਜਾ ਕੇ ਤੇ ਸਪੀਚ ਕਰਨੀ, ਹਿਸਾਬ ਕਿਤਾਬ ਮੰਗਣਾ? ਉਹ ਤਾਂ ਜਿਹੜੇ ਬੈਠੇ ਨੇ ਉਹ ਵੀ ਮੰਗ ਸਕਦੇ ਜੀ। ਤੁਸੀਂ ਗੱਲ ਕੀਤੀ ਹੈ ਵੀ ਤੁਹਾਡਾ ਰੋਲ ਕੀ ਹੈ। ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਜੋ ਇੱਕ ਸਿੱਖ ਦਾ ਰੋਲ ਹੋਣਾ ਚਾਹੀਦਾ ਮੇਰਾ ਉਹਨਾਂ ਕੋ ਰੋਲ ਹੈ। ਉਸ ਤੋਂ ਬਾਅਦ ਕੀ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਜੀ ਫਿਰ ਕਾਨੂੰਨੀ ਕਾਰਵਾਈ ਵੱਲ ਕਿਉਂ ਨਹੀਂ ਜਾਂਦੇ? ਹਾਂ ਬਿਲਕੁਲ, ਇਹ ਤੁਹਾਡਾ ਬੜਾ ਵਧੀਆ ਸਵਾਲ ਹੈ ਵੀ ਕਾਨੂੰਨੀ ਕਾਰਵਾਈ ਵਾਲੇ ਪਾਸੇ ਕਿਉਂ ਨਹੀਂ ਜਾਂਦੇ ਪਏ। ਵੀਰ ਜੀ, ਕਾਨੂੰਨੀ ਕਾਰਵਾਈ ਵਾਲੇ ਪਾਸੇ ਅਸੀਂ ਆਪਣੇ ਵਕੀਲ ਸਿਮਰਨ ਸਿੰਘ ਜੀ ਨੂੰ ਲੈ ਕੇ ਬਕਾਇਦਾ ਮੋਰਚੇ ਦੇ ਵਿੱਚ ਬੈਠੇ ਆ। ਉਸ ਤੋਂ ਬਾਅਦ ਆਪਸ ਦੇ ਵਿੱਚ ਮੀਟਿੰਗਸ ਕੀਤੀ ਹੈ, ਉਹਨਾਂ ਨੇ ਆਪਣੇ ਸੀਨੀਅਰ ਵਕੀਲ ਨਾਲ ਗੱਲਬਾਤ ਕੀਤੀ ਹੈ। ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਕਮਿਸ਼ਨਰ ਦੇ ਨਾਲ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਮੈਂ ਨਹੀਂ ਆ, ਪਰ ਸਾਡੇ ਸਤਕਾਰ ਕਮੇਟੀ ਦੇ ਵਿੱਚੋਂ ਜਿਹੜੀ 7 ਮੈਂਬਰੀ ਦੇ ਵਿੱਚੋਂ 5-6 ਸਿੰਘ ਗਏ ਨੇ ਤੇ ਉਸ ਤੋਂ ਇਲਾਵਾ ਸਾਡੇ ਵਕੀਲ ਗਏ ਨੇ। ਉਹਨਾਂ ਨੇ ਉੱਥੇ ਜਾ ਕੇ ਜਦੋਂ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਹੈ ਤੇ ਉੱਥੋਂ ਦੇ ਕਮਿਸ਼ਨਰ ਸਾਹਿਬ ਨੇ ਇਹ ਰਿਪਲਾਈ ਕੀਤਾ ਹੈ ਵੀ ਇਹ ਐਸਜੀਪੀਸੀ ਦਾ ਮਾਮਲਾ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਲਿਖ ਕੇ ਦੇਵੇਗੀ ਤੇ ਪਰਚਾ ਹੋ ਸਕਦਾ ਹੈ, ਬਾਹਰੋਂ ਕੋਈ ਇਹ ਕਾਰਵਾਈ ਨਹੀਂ ਕਰਵਾ ਸਕਦਾ। ਜਦੋਂ ਆਹ ਗੱਲ ਸਾਡੇ ਤੱਕ ਆਈ ਹੈ ਤੇ ਅਸੀਂ ਫਿਰ ਉਸ ਤੋਂ ਬਾਅਦ ਆਪਣੇ ਵਕੀਲਾਂ ਨਾਲ ਗੱਲਬਾਤ ਕੀਤੀ ਹੈ ਵੀ ਭਾਈ ਇਹ ਕਿਵੇਂ ਹੋ ਸਕਦਾ। ਇਹਦਾ ਮਤਲਬ ਜੇ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਕ ਲਿਵਿੰਗ ਗੁਰੂ ਨੇ, ਹਾਜ਼ਰ ਨਾਜ਼ਰ ਸਾਡੇ ਗੁਰੂ ਨੇ, ਤੇ ਫਿਰ ਇੱਕ ਸਿੱਖ ਦੀ ਭਾਵਨਾ ਮੰਨ ਲਓ ਕਿਸੇ ਦੀ ਵੀ ਆਹਤ ਹੋਈ ਹੈ ਤੇ ਉਹ ਥਾਣੇ ਜਾ ਕੇ 295 ਇਹਨਾਂ ਤੇ ਕਿਉਂ ਨਹੀਂ ਲਵਾ ਸਕਦਾ? ਸੋ ਸਾਨੂੰ ਅਜੇ ਤੱਕ ਇਹ ਚੀਜ਼ਾਂ, ਪਰ ਜਿਹੜੀ ਦੂਜੀ ਗੱਲ ਤੁਸੀਂ ਕਹੀ ਹੈ ਕਾਨੂੰਨੀ ਕਾਰਵਾਈ ਦੀ, ਮੈਂ ਕਹਿੰਦਾ ਕੋਈ ਵੀ ਸਤਿਕਾਰਯੋਗ ਸ਼ਖਸੀਅਤ ਹੈ ਜਿਨ੍ਹਾਂ ਨੂੰ ਕਾਨੂੰਨ ਦਾ ਪਤਾ ਹੈ, ਸਾਨੂੰ ਕੋਈ ਦਿੱਕਤ ਨਹੀਂ, ਉਹ ਆਉਣ ਜੀ ਆਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ ਹੈ। ਉਹ ਅੱਗੇ ਲੱਗ ਜਾਣ, ਅਸੀਂ ਪਿੱਛੇ ਲੱਗਣ ਨੂੰ ਵੀ ਤਿਆਰ ਹਾਂ। ਅਸੀਂ ਤੇ ਕਹਿੰਦੇ ਦੋਸ਼ੀ ਜਿਹੜੇ ਬਖਸ਼ੇ ਨਹੀਂ ਜਾਣੇ ਚਾਹੀਦੇ। ਜੇ ਮੰਨ ਲਓ ਤੁਸੀਂ ਹੋ, ਤੁਹਾਨੂੰ ਪਤਾ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਮੰਨ ਲਿਆ ਮੈਨੂੰ ਨਹੀਂ ਪਤਾ, ਮੈਂ ਨਖਿੱਧ ਸਾਈਂ ਮੰਨ ਲੈਣਾ ਮੈਂ ਜੀ, ਠੀਕ ਹੈ, ਮੈਂ ਇੱਕ ਆਵਾਜ਼ ਪਹੁੰਚਾਉਣ ਦੇ ਵਿੱਚ ਤੇ ਦੇਖੋ ਹਰ ਚੀਜ਼ ਦੇ ਵਿੱਚੋਂ ਕੁਝ ਪੋਜ਼ਿਟਿਵ ਨਿਕਲ ਜਾਂਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਇਹ ਮੋਰਚਾ ਵੀ ਜਿੱਦਾਂ ਪ੍ਰਕਾੜੀ ਮੋਰਚਾ ਸਿਆਸਤ ਦੀ ਭੇਟ ਚੜਿਆ ਸੀ, ਸੋਚੀ ਸਮਝੀ ਚਾਲ ਦੇ ਤਹਿਤ ਇਹ ਮੋਰਚਾ ਲਾਇਆ ਗਿਆ, ਧਿਆਨ ਭਟਕਾਉਣ ਵਾਸਤੇ ਲਾਇਆ ਗਿਆ ਹੈ। ਨਹੀਂ, ਕਿਹਨਾਂ ਦਾ ਧਿਆਨ ਭਟਕਾਉਣ ਵਾਸਤੇ? ਸੰਗਤ ਦਾ ਧਿਆਨ ਭਟਕਾਉਣ ਵਾਸਤੇ ਲਗਾਇਆ ਗਿਆ ਦੂਜੇ ਸਿਆਸੀ ਮਾਮਲਿਆਂ ਤੋਂ।
ਤੇ ਹੁਣ ਅਗਰ ਗੱਲ ਕਰਦੇ ਹਾਂ ਕਿ ਬਰਗਾੜੀ ਮੋਰਚੇ ਦੇ ਨਾਲ ਵੀ ਬਹੁਤ ਸੰਗਤ ਜੁੜੀ ਸੀ, ਹੁਣ ਅਗਰ ਦਰਬਾਰ ਸਾਹਿਬ ਮੋਰਚਾ ਲੱਗਿਆ ਉਹਦੇ ਨਾਲ ਵੀ ਸੰਗਤ ਜੁੜੀ ਹੋਈ ਹੈ, ਕਿਉਂਕਿ ਉਹਨਾਂ ਨੂੰ 328 ਸਰੂਪਾਂ ਦਾ ਹਿਸਾਬ ਚਾਹੀਦਾ ਹੈ ਸੰਗਤ। ਸੈਣੀ ਸਾਹਿਬ ਦੇਖੋ, ਦੋ ਚੀਜ਼ਾਂ ਮੈਂ ਬੜੀਆਂ ਕਲੀਅਰ ਕਰਦੇ ਆ। ਤੁਸੀਂ ਬਰਗਾੜੀ ਮੋਰਚੇ ਦੇ ਨਾਲ ਇਸ ਮੋਰਚੇ ਨੂੰ ਜੋੜ ਕੇ ਦੇਖਦੇ ਪਏ ਹੋ ਜੀ। ਮੈਂ ਤੁਹਾਡੀ ਗੱਲ ਦੀ ਕਦਰ ਕਰਦਾ, ਇਹ ਗੱਲ ਤੁਸੀਂ ਇਕੱਲੇ ਨਹੀਂ ਕਹਿੰਦੇ, ਸਾਡੇ ਕੋਲ ਉੱਥੇ ਜਿਹੜਾ ਹੁੰਦਾ ਕਹਿੰਦਾ ਬਰਗਾੜੀ ਵਾਲੀ ਨਾ ਕਰਿਓ, ਠੀਕ ਹੈ ਜੀ। ਸਾਨੂੰ ਇਹ ਗੱਲ ਕਹਿੰਦੇ, ਸਾਨੂੰ ਜੁੜਦੀ ਹੈ। ਦੇਖੋ ਬਰਗਾੜੀ ਜਦੋਂ ਮੋਰਚਾ ਲੱਗਾ ਸੀ ਉਦੋਂ ਤੱਕ ਸੰਗਤਾਂ ਦਾ ਸਹਿਯੋਗ ਸੀ ਨਾ। ਜਿੱਦਣ ਮੋਰਚਾ ਚੱਕਿਆ ਗਿਆ ਬਿਨਾਂ ਕਿਸੇ ਪ੍ਰਾਪਤੀਆਂ ਦੇ, ਭਾਵੇਂ ਕਿ ਬਰਗਾੜੀ ਵਾਲੇ ਪ੍ਰਾਪਤੀਆਂ ਗਣਾਉਂਦੇ ਨੇ, ਸਾਨੂੰ ਕੋਈ ਦਿੱਕਤ ਨਹੀਂ, ਉਹ ਆਪਣੀਆਂ ਪ੍ਰਾਪਤੀਆਂ ਦੱਸਦੇ ਨੇ ਵੀ ਆਹ ਵੀ ਪ੍ਰਾਪਤੀ ਹੋਈ, ਆਹ ਵੀ ਪ੍ਰਾਪਤੀ ਹੋਈ, ਪਰ ਬਹੁਤੀ ਦੁਨੀਆ ਨੂੰ ਪਤਾ ਹੈ ਵੀ ਬਿਨਾਂ ਪ੍ਰਾਪਤੀਆਂ ਦੇ ਮੋਰਚਾ ਚੱਕਿਆ ਗਿਆ। ਉਹਦਾ ਰਿਜ਼ਲਟ ਸਾਹਮਣੇ ਸੀ, ਇਹਦਾ ਰਿਜ਼ਲਟ ਅਜੇ ਆਉਣਾ ਹੈ। ਉਸ ਤੋਂ ਪਹਿਲਾਂ ਆਪਾਂ ਕਿਆਸ ਨਾ ਲਾਈਏ, ਹਥਿਆਰ ਨੂੰ ਪਰਖੇ ਬਿਨਾਂ ਆਪਾਂ ਕਿਵੇਂ ਉਹਦੇ ਬਾਰੇ ਕਹਿ ਸਕਦੇ ਹਾਂ। ਹੋ ਸਕਦਾ ਜਿਹੜੇ ਸੱਜਣੇ ਬੈਠੇ ਨੇ ਫੇਸ ਵੈਲਿਊ ਲੈ ਕੇ ਬੈਠੇ ਨੇ, ਪਰ ਤੋਂ ਬਣਿਆ ਨਾ ਨਹੀਂ। ਇੰਨਾ ਵੱਡਾ ਅਗਰ ਮੋਰਚਾ ਲੱਗਿਆ ਹੈ ਤਾਂ ਕੌਮ ਤੇ ਬਹੁਤ ਸਤਿਕਾਰਯੋਗ ਬਹੁਤ ਨਾਮ ਅਜਿਹੇ ਨੇ, ਭਾਈ ਬਲਦੇਵ ਸਿੰਘ ਵਡਾਲਾ ਹੋ ਗਏ ਜਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਹੋ ਗਏ, ਉਹਨਾਂ ਨੂੰ ਭਰੋਸੇ ਵਿੱਚ ਕਿਉਂ ਨਹੀਂ ਲੈ ਸਕੇ ਹਲੇ ਤੱਕ? ਉਹਨਾਂ ਨੇ ਇਹ ਪਹਿਲੀ ਬੇਨਤੀ ਇਹ ਆ, ਮੈਂ ਇੱਕ ਪ੍ਰਚਾਰਕ ਨਹੀਂ ਆ, ਤੁਸੀਂ ਮੇਰੇ ਮੂੰਹ ਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਨਾ ਪਾਓ। ਭਾਈ ਬਲਦੇਵ ਸਿੰਘ ਵਡਾਲਾ ਦਾ ਵੀ ਸਤਿਕਾਰ ਹੈ, ਜਥੇਦਾਰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ ਵੀ ਸਤਿਕਾਰ ਹੈ। ਜਦੋਂ ਤੁਸੀਂ ਮੋਰਚੇ ਲਾਉਂਦੇ ਹੋ, ਤੁਸੀਂ ਇੱਕ ਸ਼ਬਦ ਵਰਤਿਆ ਸੀ ਸ਼ੁਰੂਆਤ ਵਿੱਚ, ਰੂਪ ਰੇਖਾ। ਮੈਂ ਕਿਹਾ ਰੂਪ ਰੇਖਾ ਕਈ ਵਾਰੀ ਬਣਾਉਣੀ ਨਹੀਂ ਪੈਂਦੀ, ਤੁਹਾਡੀਆਂ ਭਾਵਨਾਵਾਂ ਦੇ ਵਹਿਣ ਦੇ ਵਿੱਚੋਂ ਵੀ ਵਹਿ ਜਾਂਦੀ ਹੈ, ਤੁਹਾਡੇ ਵਿਵੇਕ ਦੇ ਵਿੱਚੋਂ ਵੀ ਰੂਪ ਰੇਖਾ ਨਿਕਲਦੀ ਹੈ। ਜਦੋਂ ਤੁਸੀਂ ਮੋਰਚੇ ਲੱਗ ਜਾਂਦੇ ਫਿਰ ਭਾਜੀ ਚਿੱਠੀਆਂ ਪਾ ਕੇ ਨਹੀਂ ਸੱਦਣਾ ਪੈਂਦਾ। ਹੁਣ ਕਿੰਨੂੰ ਨਹੀਂ ਪਤਾ ਵੀ ਉੱਥੇ ਮੋਰਚਾ ਲੱਗਾ ਹੈ, ਕੋਈ ਵੀ ਸੱਜਣ ਆ ਕੇ ਸਹਿਯੋਗ ਕਰੇ। ਦਲ ਖਾਲਸਾ ਵਾਲੇ ਵੀਰ ਆਏ ਨੇ, ਉਹਨਾਂ ਨੇ ਕਹਿਤਾ ਵੀ ਸਾਡਾ ਵੀ ਸਮਰਥਨ ਹੈ, ਅਸੀਂ ਕਿਹਾ ਕੋਈ ਗੱਲ ਨਹੀਂ। ਬਰਗਾੜੀ ਤੋਂ ਜਦੋਂ ਧਿਆਨ ਸਿੰਘ ਮੰਡ ਆਏ, ਭਾਵੇਂ ਕਿ ਬਾਹਰਲੇ ਪਾਸੇ ਸਾਡਾ ਵਿਰੋਧ ਹੋ ਗਿਆ ਵੀ ਜੇ ਇਹ ਚੱਲੇ ਕਾਰਤੂਸਾਂ ਨੇ ਆਉਣਾ ਆ ਤੇ ਫਿਰ ਕੋਈ ਫਾਇਦਾ ਨਹੀਂ, ਚੱਕੋ ਮੋਰਚਾ, ਤੁਸੀਂ ਵੀ ਇਹੋ ਜਿਹੀ ਕਰੋਗੇ। ਬੜੀ ਐਂ ਕਿ ਭਾਈ ਸੁਣ ਤੇ ਲਓ, ਕੋਈ ਵੀ ਸਮਰਥਨ ਕਰਦਾ ਉਹਨੂੰ ਕਰਨ ਦਿਓ। ਜੇ ਇਸ ਤਰੀਕੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਜੀ ਸਮਰਥਨ ਕਰਦੇ ਨੇ, ਸਾਨੂੰ ਤਾਂ ਵੀ ਕੋਈ ਨਹੀਂ। ਜੇ ਉਹ ਅਜੇ ਤੱਕ ਨਹੀਂ ਆਏ, ਸਾਨੂੰ ਗਿਲਾ ਕੋਈ ਨਹੀਂ, ਕਿਉਂਕਿ ਅਸੀਂ ਭਾਜੀ ਉੱਥੇ ਵੋਟਾਂ ਬਣਾਉਣ ਦੀ ਥੋੜਾ ਬੈਠੇ ਆ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਦ ਲੈ ਕੇ ਬੈਠੇ ਆ ਨਾ। ਤੇ ਜੇ ਮੰਨ ਲਓ ਭਾਈ ਰਣਜੀਤ ਸਿੰਘ ਅੱਜ ਨਹੀਂ ਆਏ, ਹੋ ਸਕਦਾ ਕੱਲ ਆ ਜਾਣ, ਮੈਂ ਅੱਜ ਹੀ ਕੋਈ ਐਸਾ ਬਿਆਨ ਦੇ ਦਿਆਂ ਜਿਹੜਾ ਉਹਨਾਂ ਦੇ ਆਉਣ ਦੇ ਵਿੱਚ ਰੁਕਾਵਟ ਬਣ ਜਾਵੇ। ਨਹੀਂ, ਮੈਂ ਕੋਈ ਇਸ ਤਰੀਕੇ ਦਾ ਬਿਆਨ ਨਹੀਂ ਦੇਣਾ ਚਾਹੁੰਦਾ, ਪਰ ਇੰਨੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਜਦੋਂ ਮੋਰਚੇ ਲੱਗਦੇ ਨੇ ਨਾ, ਚਿੱਠੀਆਂ ਨਹੀਂ ਕੱਢਣੀਆਂ ਪੈਂਦੀਆਂ, ਮੇਲ ਨਹੀਂ ਕੱਢਣੀਆਂ ਪੈਂਦੀਆਂ, ਉਦੋਂ ਜਿਹੜੀ ਜ਼ਮੀਰ ਜਾਗਦੇ ਨੇ ਆ ਕੇ ਸਮਰਥਨ ਦੇਣਾ ਪੈਂਦਾ, ਸਮਰਥਨ ਦੇ ਦਿੰਦੇ ਨੇ। ਹੁਣ ਗੱਲ ਕਰਦੇ ਹਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵਿਗਿਆਨੀ ਹਰਪ੍ਰੀਤ ਸਿੰਘ ਜੀ। ਉਹਨਾਂ ਨੇ ਬੇਅਦਬੀਆਂ ਤੋਂ ਬਾਅਦ ਐਸਜੀਪੀਸੀ ਦੇ ਸਾਰੇ ਅਧਿਕਾਰੀਆਂ ਨੂੰ ਨਾਲ ਪ੍ਰਧਾਨ ਨੂੰ ਵੀ ਤਲਬ ਕੀਤਾ, ਸਜ਼ਾਵਾਂ ਲਾਈਆਂ, ਤੇ ਜੋ ਸਜ਼ਾਵਾਂ ਲਾਈਆਂ ਉਹ ਸਾਰੀ ਸੰਗਤ ਨੇ ਦੇਖੀਆਂ। ਤੁਸੀਂ ਉਹਨਾਂ ਸਜ਼ਾਵਾਂ ਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਬਹੁਤਾਤ ਸੰਗਤ ਅਜਿਹੀ ਹੈ ਜਿਹਨਾਂ ਨੇ ਉਹ ਸਜ਼ਾਵਾਂ ਨਕਾਰ ਦਿੱਤੀਆਂ, ਕਿ ਖਾਨਾ ਪੂਰਤੀ ਤੋਂ ਵੀ ਘੱਟ ਲੱਗੀ। ਕੀ ਕਹੋ? ਦੇਖੋ, ਪਹਿਲੀ ਗੱਲ ਤੇ ਇਹ ਹੈ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਜਿਹੜਾ ਫੈਸਲਾ ਸੁਣਾਇਆ ਜੀ, ਉਹ ਉਹਨਾਂ ਨੇ ਆਪਣੇ ਵਿਵੇਕ ਦੇ ਵਿੱਚੋਂ ਸੁਣਾਇਆ, ਕਿਉਂਕਿ ਉਹ ਇੱਕ ਧਾਰਮਿਕ ਫੈਸਲਾ ਹੈ। ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਉਹਨਾਂ ਨੇ ਆਪਣਾ ਫੈਸਲਾ ਸੁਣਾਇਆ ਹੈ, ਮੈਂ ਮਹਿਸੂਸ ਕਰਦਾ ਵੀ ਜਿਹੜੇ ਪਹਿਲੇ ਜਥੇਦਾਰ ਹੁੰਦੇ ਸੀ ਉਹਨਾਂ ਤੋਂ ਕਾਫੀ ਹੱਦ ਤੱਕ ਇਹਨਾਂ ਨੇ ਫੈਸਲਾ ਜਿਹੜਾ ਆ ਉਹ ਆਪਣੇ ਹਿਸਾਬ ਨਾਲ ਜ਼ਬਰਦਸਤ ਸੁਣਾਇਆ ਪਹਿਲਿਆਂ ਦੇ ਨਾਲੋਂ। ਹਾਂ, ਸਿੱਖ ਸੰਗਤ ਨੂੰ ਫੈਸਲਾ ਬਹੁਤਿਆਂ ਨੂੰ ਮਕਬੂਲ ਨਹੀਂ ਹੋਇਆ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਨਹੀਂ, ਇਹ ਕੋਈ ਸਾਡਾ, ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹ ਜਿਹੜੀ ਚੀਜ਼ ਦੱਸੀ ਗਈ ਹੈ ਇਹ 328 ਸਵਰੂਪਾਂ ਦੇ ਮਾਮਲੇ ਦਾ ਫੈਸਲਾ ਨਹੀਂ ਹੈ ਜੀ। ਇਹ ਜਿਹੜਾ 328 ਸਵਰੂਪ ਵਾਲਾ ਮਾਮਲਾ ਜਿਹੜਾ ਚੱਲਦਾ ਪਿਆ ਹੈ, ਇਹ ਉਹਦੇ ਵਿੱਚ ਸਜ਼ਾਵਾਂ ਨਹੀਂ ਹੈ। ਇਹ ਜਿਹੜਾ 2015 ਦੇ ਵਿੱਚ ਪਬਲੀਕੇਸ਼ਨ ਵਿਭਾਗ ਦੇ ਵਿੱਚ ਅੱਗ ਲੱਗੀ ਸੀ, ਉੱਥੇ ਜਿਹੜੇ ਸਵਰੂਪ ਜਿਹੜੇ ਨੇ ਉੱਥੇ ਉਹ ਸੰਸਕਾਰ ਹੋ ਗਿਆ ਸੀ ਉਹਨਾਂ ਦਾ, ਇਹ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਗੈਰ ਜ਼ਿੰਮੇਵਾਰਾਨਾ ਹੋਣ ਕਰਕੇ ਇਹਨਾਂ ਨੂੰ ਸਜ਼ਾਵਾਂ ਸੁਣਾਈਆਂ। ਪਰ ਇਹਨੂੰ ਭਾਜੀ ਪੋਜ਼ਿਟਿਵ ਲਓ ਨਾ। ਬਹੁਤਾਤ ਵੀਰ ਮੈਨੂੰ ਵੀ ਕਹਿ ਰਹੇ ਨੇ, ਉਹ ਪਤਾ ਨਹੀਂ ਜਾਂ ਤੇ ਚਾਹੁੰਦੇ ਆ ਵੀ ਇਹਦੇ ਮੂੰਹ ਦੇ ਵਿੱਚ ਗੱਲ ਪਾਓ ਤੇ ਇਹ ਬੋਲੇ, ਤੇ ਫਿਰ ਜਥੇਦਾਰ ਜੀ ਨੂੰ ਜਾ ਕੇ ਕਹੀਏ ਜਥੇਦਾਰ ਸਾਹਿਬ ਆਹ ਦੇਖੋ ਮਹੂ ਬੋਲਿਆ, ਉਹ ਫਿਰ ਤਲਬ ਕਰਨਗੇ। ਹੋ ਸਕਦਾ ਐਸਾ, ਮੈਂ ਤੁਹਾਡੀ ਭਾਵਨਾ ਤੇ ਉਂਗਲ ਨਹੀਂ ਚੁੱਕਦਾ, ਪਰ ਬਹੁਤਾਤ ਇਹ ਚੱਲਦਾ ਪਿਆ। ਮੈਨੂੰ ਇੱਕ ਚੀਜ਼ ਦੱਸੋ, ਮੰਨ ਲਿਆ ਉਹਨਾਂ ਵੱਲੋਂ ਜਿਹੜੀ ਸੁਣਾਈ ਹੋਈ ਧਾਰਮਿਕ ਸਜ਼ਾ ਹੈ, ਜਿਹਨੂੰ ਤਨਖਾਹ ਕਿਹਾ ਜਾਂਦਾ, ਗੁਰਮਤਿ ਦੇ ਕੁਝ ਬੋਲੇ ਵੱਖਰੇ ਨੇ, ਉਹ ਅਸੀਂ ਮੰਨ ਲਓ, ਮੈਂ ਉਹਨਾਂ ਦੇ ਨਾਲ ਸਹਿਮਤੀ ਨਹੀਂ ਰੱਖਦਾ, ਪਰ ਇਸ ਫੈਸਲੇ ਦੇ ਵਿੱਚ ਦੋਸ਼ੀ ਤੇ ਕਲੀਅਰ ਹੋ ਗਏ, ਦੋਸ਼ੀ ਤੇ ਸਾਬਤ ਹੋਏ ਆ ਨਾ। ਬਿਲਕੁਲ, ਮੰਨ ਲਓ ਤੁਸੀਂ ਮੈਨੂੰ ਦੋਸ਼ੀ ਤੇ ਸਾਬਤ ਕਰਤਾ, ਵੱਖਰੀ ਗੱਲ ਹੈ ਤੁਸੀਂ ਸਜ਼ਾ ਮੈਨੂੰ ਕਿਸ ਤਰੀਕੇ ਦੀ ਸੁਣਾਈ। ਤੇ ਨਾਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਧਾਰਮਿਕ ਸਜ਼ਾ ਸੁਣਾਉਣ ਤੋਂ ਬਾਅਦ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਇਹਨਾਂ ਦੇ ਉੱਪਰ ਤੁਸੀਂ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ। ਤੁਹਾਡੇ ਕੋਲ ਕਾਨੂੰਨੀ ਕਾਰਵਾਈ ਦਾ ਰਾਹ ਤੇ ਖੁੱਲ੍ਹਾ ਹੀ ਹੈ ਨਾ। ਬਿਲਕੁਲ, ਉਹਨਾਂ ਨੇ ਜੋ ਧਾਰਮਿਕ ਦਾਇਰਾ ਹੈ ਉਹਨਾਂ ਨੇ ਉਹ ਸਜ਼ਾ ਸੁਣਾਈ। ਮੰਨਦੇ ਆ ਇਹਨਾਂ ਦਿਨਾਂ ਦੇ ਵਿੱਚ ਬੜੀਆਂ ਗੱਲਾਂ ਆਈਆਂ ਵੀ ਅਕਾਲੀ ਫੂਲਾ ਸਿੰਘ ਪਰਿਕਰਮਾ ਕਢਾਉਂਦੇ ਹੁੰਦੇ ਸੀ, ਉਹਨਾਂ ਨੇ ਦੇਖੋ ਸ਼ੇਰੇ ਪੰਜਾਬ ਨੂੰ ਤਲਬ ਕਰ ਲਿਆ, ਹਨਾ, ਇਸ ਤਰੀਕੇ ਦੀਆਂ ਗੱਲਾਂ ਬੜੀਆਂ ਆਈਆਂ। ਫਿਰ ਗਿਆਨੀ ਕੇਵਲ ਸਿੰਘ ਦਾ ਵੇਲਾ ਆਇਆ ਵੀ ਗਿਆਨੀ ਕੇਵਲ ਸਿੰਘ ਵੇਲੇ ਬਰਨਾਲੇ ਨੂੰ ਥੰਮਲੇ ਨਾਲ ਬੰਨ੍ਹ ਦਿੱਤਾ ਗਿਆ ਸੀ, ਤੇ ਕੱਲ੍ਹ ਦੀਆਂ ਗੱਲਾਂ ਨੇ ਗਿਆਨੀ ਕੇਵਲ ਸਿੰਘ ਵੀ ਜਿਉਂਦੇ ਜਾਗਦੇ ਨੇ, ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ। ਉਹ ਜਿਹੜੇ ਸੱਜਣ ਨੇ ਉਹ ਸਾਨੂੰ ਜੋ ਇਹ ਗੱਲ ਕਹਿੰਦੇ ਪਏ ਨੇ, ਜਥੇਦਾਰ ਸਾਹਿਬ ਨੂੰ ਕਿਉਂ ਨਹੀਂ ਜਾ ਕੇ ਮਿਲਦੇ ਵੀ?
ਮੰਨ ਲਓ ਉਹ ਸਾਨੂੰ ਜੋ ਕਹਿ ਰਹੇ ਨੇ ਉਹ ਜਹਦਾ ਹੁਣ ਤੁਸੀਂ ਸਵਾਲ ਮੇਰੇ ਉੱਪਰ ਕੀਤਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਸਵਾਲ ਜਿਹੜਾ ਮੇਰੇ ਉੱਪਰ ਕੀਤਾ ਤੇ ਤੁਹਾਨੂੰ ਜਹਦਰ ਸਾਹਿਬ ਭੁੱਲੇ ਨੇ ਤੁਸੀਂ ਜਹਦਰ ਸਾਹਿਬ ਨੂੰ ਜਾ ਕੇ ਬੇਨਤੀ ਕਰੋ ਵੀ ਜਹਦਰ ਸਾਹਿਬ ਸੰਗਤ ਜਿਹੜੀ ਹੈ ਉਹ ਤੁਹਾਡੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੁਣ ਤੁਸੀਂ ਵਿਚਕਾਰ ਮੈਨੂੰ ਪਾ ਕੇ ਮੇਰੇ ਮੂੰਹੋਂ ਕਢਾ ਕੇ ਜੇ ਗੱਲ ਕਰੋਗੇ ਦੇਖੋ ਮੈਂ ਇਹਦਾ ਇੱਕੋ ਇੱਕ ਜਵਾਬ ਦੇਣਾ ਸੈਣੀ ਸਾਹਿਬ ਜੀ ਪੰਥਕ ਸ਼ਫਾ ਦੇ ਵਿੱਚ ਵਿਚਰਦੇ ਆ ਮੈਂ ਮੰਨਦਾ ਵਾਂ ਅਸੀਂ ਪੂਰੇ ਨਹੀਂ ਆ ਪੂਰਾ ਗੁਰੂ ਇਹ ਤੇ ਕਰਤਾਰ ਹੈ ਬਾਕੀ ਗੁਰਬਾਣੀ ਦੇ ਮੁਤਾਬਕ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਮੈਂ ਭੁੱਲਣਹਾਰ ਹਾਂ ਮੈਂ ਕਹਿੰਦਾ ਵੀ ਜਿੱਥੇ ਸਾਡੀ ਮਿਸਟੇਕ ਹੋਈ ਹੈ ਸਾਨੂੰ ਦੱਸ ਦਿਓ ਸਾਨੂੰ ਸੁਝਾਅ ਦੇ ਦਿਓ ਸਾਨੂੰ ਗਾਈਡ ਕਰ ਦਿਓ ਅਸੀਂ ਉਵੇਂ ਕਰਨ ਨੂੰ ਤਿਆਰ ਹਾਂ ਮੋਰਚੇ ਨੂੰ ਜੇ ਤੁਹਾਨੂੰ ਲੱਗਦਾ ਵੀ ਕੋਈ ਨਵੀਂ ਦਿਸ਼ਾ ਦੇਣ ਵਾਲੀ ਹੈ ਇਹ ਤੇ ਜੀ ਉਸ ਤਰੀਕੇ ਨਾਲ ਬੈਠੇ ਨੇ ਉਂਝ ਬੈਠੇ ਰਹਿਣਗੇ ਲੰਗਰ ਉੱਥੋਂ ਆਈ ਜਾਂਦਾ ਮੈਂ ਕਹਿੰਦਾ ਤੁਸੀਂ ਸੁਝਾਅ ਦੇ ਦਿਓ ਅਸੀਂ ਉਹ ਵੀ ਮੰਨਣ ਨੂੰ ਤਿਆਰ ਹਾਂ ਜਿਹੜੀ ਜਥੇਦਾਰ ਸਾਹਿਬ ਵਾਲਾ ਫੈਸਲਾ ਹੈ ਨਾ ਜਥੇਦਾਰ ਸਾਹਿਬ ਦੇ ਫੈਸਲੇ ਦੇ ਵਿੱਚ ਉਹਨਾਂ ਨੇ ਧਾਰਮਿਕ ਸਜ਼ਾ ਸੁਣਾਈ ਹੈ ਕਾਨੂੰਨੀ ਜਿਹੜੀ ਪ੍ਰਕਿਰਿਆ ਆ ਉਹਦਾ ਰਾਹ ਖੁੱਲ੍ਹਾ ਕਾਨੂੰਨੀ ਪ੍ਰਕਿਰਿਆ ਲੈ ਕੇ ਚੱਲਾਂਗੇ ਅੱਗੇ ਜੀ ਤੇ ਅੰਤ ਦੇ ਵਿੱਚ ਇੱਕੋ ਹੀ ਚੀਜ਼ ਪੁੱਛਣਾ ਚਾਹਾਂਗਾ ਕਿ ਸਿੱਖ ਕੌਮ ਦੇ ਵਿੱਚ ਇਸ ਵੇਲੇ ਬਹੁਤ ਕੁਝ ਹੋ ਰਿਹਾ ਕਿਸਾਨ ਪੰਜਾਬ ਦੇ ਸਾਰੇ ਸੜਕਾਂ ਉੱਤੇ ਪੰਜਾਬ ਦੀ ਜਵਾਨੀ ਜਿਸ ਜਵਾਨੀ ਨੂੰ ਨਸ਼ੇੜੀ ਕਹਿ ਕੇ ਪੂਰੀ ਦੁਨੀਆ ਦੇ ਵਿੱਚ ਬਦਨਾਮ ਕੀਤਾ ਗਿਆ ਸੀ ਅੱਜ ਜਿਸ ਬਾਲੀਵੁੱਡ ਨੇ ਉੜਤਾ ਪੰਜਾਬ ਵਰਗੀ ਫਿਲਮ ਬਣਾ ਕੇ ਪੰਜਾਬ ਦੀ ਜਵਾਨੀ ਨੂੰ ਬਦਨਾਮ ਕੀਤਾ ਸੀ ਅੱਜ ਉਹੀ ਜਵਾਨੀ ਗਲੇ ਦੀ ਹੱਡੀ ਬਣੀ ਹੋਈ ਹੈ ਕੇਂਦਰ ਸਰਕਾਰ ਦੀ ਕਿਉਂਕਿ ਉਹ ਨੌਜਵਾਨੀ ਇਕਜੁੱਟ ਇਕਮੁੱਠ ਹੋਈ ਹੈ ਤੇ ਕਿਤੇ ਨਾ ਕਿਤੇ ਦਿੱਲੀ ਕੰਬਣੀ ਸ਼ੁਰੂ ਹੋ ਗਈ ਹੈ ਤੇ ਦੂਸਰੇ ਪਾਸੇ ਧਾਰਮਿਕ ਮਸਲੇ ਬਹੁਤ ਸਾਰੇ ਉਲਝੇ ਹੋਏ ਨੇ ਮੋਰਚੇ ਥਾਂ ਥਾਂ ਤੇ ਲੱਗੇ ਹੋਏ ਨੇ ਤੇ 4 ਅਕਤੂਬਰ ਤੋਂ ਸ਼ੰਭੂ ਬਾਰਡਰ ਤੇ ਵੀ ਮੋਰਚਾ ਲੱਗ ਰਿਹਾ ਹੈ ਪੱਕਾ ਨੌਜਵਾਨਾਂ ਵੱਲੋਂ ਗਾਇਕਾਂ ਵੱਲੋਂ ਐਕਟਰਾਂ ਵੱਲੋਂ ਹੁਣ ਪੰਜਾਬ ਨੂੰ ਇੱਕ ਨਵੀਂ ਸਵੇਰ ਦੀ ਉਮੀਦ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਉਹ ਇੱਕ ਨਵੀਂ ਸਵੇਰ ਜਿਹੜੀ ਹੈ ਕਿ ਚਾਹੇ ਧਾਰਮਿਕ ਮਸਲੇ ਹੋਣ ਸਿਆਸੀ ਮਸਲੇ ਹੋਣ ਨੌਜਵਾਨੀ ਦੇ ਮਸਲੇ ਹੋਣ ਕਿਸਾਨੀ ਦੇ ਮਸਲੇ ਕਿੱਦਾਂ ਪੰਜਾਬ ਨੂੰ ਮਿਲ ਸਕਦੀ ਹੈ ਕਿਉਂਕਿ ਜਿਹੜੇ ਮਸਲਿਆਂ ਤੇ ਆਪਾਂ ਗੱਲ ਕਰ ਰਹੇ ਹਾਂ ਉਹ ਤਾਂ ਚੱਲਦੇ ਰਹਿਣਗੇ ਪਰ ਅੰਤ ਦੇ ਵਿੱਚ ਇਹ ਜਵਾਬ ਮੈਂ ਤੁਹਾਡੇ ਤੋਂ ਜ਼ਰੂਰ ਚਾਹਾਂਗਾ ਕਿ ਬੇਸ਼ੱਕ ਧਾਰਮਿਕ ਹੈ ਸਿਆਸੀ ਹੈ ਨੌਜਵਾਨੀ ਨਾਲ ਜੁੜਿਆ ਕਿਸਾਨੀ ਨਾਲ ਜੁੜਿਆ ਉਹਨੂੰ ਅਗਰ ਅਸੀਂ ਇੱਕ ਨਵਾਂ ਭਵਿੱਖ ਪੰਜਾਬ ਪੂਰੇ ਨੂੰ ਦੇਣਾ ਹੈ ਇੱਕ ਨਵੀਂ ਚਮਕ ਦੇਣੀ ਹੈ ਇੱਕ ਨਵਾਂ ਚਾਨਣ ਦੇਣਾ ਠੀਕ ਹੈ ਇੱਕ ਨਵਾਂ ਉੱਭਰਦਾ ਹੋਇਆ ਅਸੀਂ ਖਾਲਸਾ ਰਾਜ ਦੇਖਣਾ ਹੈ ਤਾਂ ਅਸੀਂ ਕਿਹੜੇ ਪਾਸੇ ਨੂੰ ਤੁਰੀਏ ਕਿਸ ਦੇ ਉੱਤੇ ਭਰੋਸਾ ਕਰੀਏ ਜਾਂ ਕਿਹੜੇ ਲਕਸ਼ ਕਦਮ ਦਿੱਤੇ ਗਏ ਦੇਖੋ ਤੁਸੀਂ ਸਵਾਲ ਮੇਰੇ ਖਿਆਲ ਦੇ ਵਿੱਚ ਇੱਕ ਸਵਾਲ ਦੇ ਵਿੱਚ 5-6 ਸਵਾਲ ਕੀਤੇ ਨੇ ਔਰ ਕਿਤੇ ਨਾ ਕਿਤੇ ਇਹ ਜਿਹੜੇ ਫਰਕ ਇਹਨਾਂ ਵੀ ਤੁਸੀਂ ਉਹ ਸਵਾਲ ਬੋਲ ਦਿੱਤੇ ਨੇ ਤੇ ਆਪਣਾ ਭਾਰ ਹਲਕਾ ਕਰ ਰਿਹਾ ਹੈ ਪਰ ਮੈਨੂੰ ਇਹ ਲੱਗਦਾ ਵੀ ਇਹ ਸਵਾਲ ਹਰ ਸਿੱਖ ਦੇ ਅੰਦਰ ਨੇ ਖਾਸ ਕਰਕੇ ਉਸ ਦੇ ਅੰਦਰ ਨੇ ਜੋ ਪੰਜਾਬ ਦੀ ਭਲਾਈ ਚਾਹੁੰਦਾ ਆ ਜੋ ਪੰਜਾਬ ਦੇ ਇੱਕ ਉਜਵਲ ਭਵਿੱਖ ਦੀ ਆਸ ਰੱਖ ਕੇ ਬੈਠਾ ਆ ਉਹ ਹਰ ਇੱਕ ਸਿੱਖ ਦੇ ਸਵਾਲ ਨੇ ਫਰਕ ਇਹਨਾਂ ਕੋਈ ਵੀ ਉਹਦੇ ਕੋਲ ਅਗਲੇ ਪਾਸੇ ਪਲੇਟਫਾਰਮ ਨਹੀਂ ਹੈ ਮੰਚ ਨਹੀਂ ਹੈ ਉਹਦੇ ਸਵਾਲ ਅੰਦਰ ਰਹਿ ਜਾਂਦੇ ਨੇ ਪਰ ਮੈਂ ਚਾਹੁੰਦਾ ਵੀ ਜੇ ਤੁਹਾਡੇ ਸਵਾਲ ਦੇ ਰਾਖੀ ਮੈਂ ਇਹਦਾ ਜਵਾਬ ਕੁਝ ਮਾੜਾ ਜਿਹਾ ਵੀ ਦੇ ਸਕਿਆ ਤੇ ਸ਼ਾਇਦ ਕਿਸੇ ਦੇ ਅੰਦਰ ਨੂੰ ਸ਼ਾਂਤੀ ਆ ਸਕਦੀ ਮੇਰੀ ਪਹਿਲੀ ਤੇ ਬੇਨਤੀ ਇਹ ਹੈ ਫਸਟ ਟਾਈਮ ਹੋਇਆ ਹੈ ਵੀ ਐਡਾ ਵੱਡਾ ਕਿਸਾਨ ਮੋਰਚਿਆਂ ਨੂੰ ਸਮਰਥਨ ਮਿਲਣਾ ਮੇਰੀ ਜ਼ਿੰਦਗੀ ਦੇ ਵਿੱਚ ਤੇ ਮੈਂ ਵੇਖਿਆ ਨਹੀਂ ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਦਾ ਮੈਂ ਪਰਸਨਲ ਤੌਰ ਦੇ ਉੱਪਰ ਜੇ ਕਿਸੇ ਨੇ ਵੇਖਿਆ ਹੋਵੇ ਉਹ ਮੁਬਾਰਕ ਹੈ ਪਹਿਲੀ ਵਾਰ ਹੋਇਆ ਅੱਗੇ ਕੀ ਹੁੰਦਾ ਸੀ ਵੀ 10 15 20 ਕਿਸਾਨ ਜਾਂ ਕਿਤੇ ਕੋਈ ਵੱਡਾ ਮੋਰਚਾ ਹੋਵੇਗਾ 50 ਕਿਸਾਨ 200 ਕਿਸਾਨ ਹਰੀਆਂ ਦਸਤਾਰਾਂ ਵਾਲੇ ਉਹੀ ਦਿਸਦੇ ਹੁੰਦੇ ਸੀ ਪਤਾ ਲੱਗਦਾ 5 ਕਿਸਾਨ ਯੂਨੀਅਨ 7 ਕਿਸਾਨ ਯੂਨੀਅਨ 11 ਕਿਸਾਨ ਯੂਨੀਅਨ ਇਕੱਠੀਆਂ ਹੋ ਗਈਆਂ ਇਹ ਦੇਖੋ ਜੀ ਇਹਨਾਂ ਨੇ ਮੋਰਚਾ ਲਾਇਆ ਜੀ ਧਰਨਾ ਲਾਇਆ ਤੇ ਉਹ ਵੀ ਉਨੀ ਕੁ ਪੁਲਿਸ ਲਾ ਦਿੰਦੇ ਹੁੰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇਹ ਅੱਗੇ ਵੀ ਲਾਉਂਦੇ ਹੁੰਦੇ ਨੇ ਸ਼ਾਮ ਨੂੰ ਚਲੇ ਜਾਣਗੇ ਜਾਂ ਕੱਲ ਨੂੰ ਚਲੇ ਜਾਣਗੇ ਜਾਂ ਕਿਸੇ ਵੀ ਪ੍ਰਕਾਰ ਇੰਨੀ ਕੁ ਗਿਣਤੀ ਆ ਕੁਛ ਹੈ ਇਸ ਵਾਰ ਚੰਗਾ ਇਹ ਹੋਇਆ ਕਿ ਕਿਸਾਨੀ ਨੂੰ ਬਚਾਉਣ ਦੇ ਲਈ ਪੰਜਾਬ ਦਾ ਯੂਥ ਵੀ ਆ ਗਿਆ ਵਿਦਿਆਰਥੀ ਵੀ ਆ ਗਿਆ ਧਾਰਮਿਕ ਲੋਕ ਵੀ ਆ ਗਏ ਵਕੀਲ ਵੀ ਆ ਗਏ ਗਵਈਏ ਵੀ ਆ ਗਏ ਇਹ ਪਹਿਲੀ ਵਾਰੀ ਫਸਟ ਟਾਈਮ ਹੋਇਆ ਹੁਣ ਇੱਕ ਬਹੁਤ ਵੱਡਾ ਪਲੇਟਫਾਰਮ ਬਣ ਗਿਆ ਹੁਣ ਗੱਲ ਇਹ ਹੈ ਇਹਨੂੰ ਸੰਭਾਲਣ ਦੀ ਇੱਕ ਹੁੰਦਾ ਬੰਦੇ ਇਕੱਠੇ ਕਰਨੇ ਇੱਕ ਹੁੰਦਾ ਬੰਦੇ ਸਾਹਮਣੇ ਕਈ ਲੋਕ ਮੈਂ ਵੇਖਿਆ ਬੰਦੇ ਇਕੱਠੇ ਕਰ ਲੈਂਦੇ ਨੇ ਬੰਦੇ ਸਾਹਮਣੇ ਨਹੀਂ ਉਹਨਾਂ ਨੂੰ ਠੀਕ ਹੈ ਜੀ ਇਸ ਕਰਕੇ ਇਹਦੀ ਹੁਣ ਇੱਕ ਤਰਤੀਬ ਬਣਾਉਣੀ ਪਏਗੀ ਇਹਨੂੰ ਆਰਗੇਨਾਈਜ਼ ਤਰੀਕੇ ਦੇ ਨਾਲ ਚਲਾਉਣਾ ਪਏਗਾ ਕਿਹੜੇ ਬੁਲਾਰੇ ਬੋਲ ਸਕਦੇ ਨੇ ਉਹਨਾਂ ਦੀ ਚੋਣ ਕਰਨੀ ਪਏਗੀ ਜਿਹੜੇ ਪੋਲੀਟੀਕਲ ਲੀਡਰ ਨੇ ਦੇਖੋ ਇਹ ਹੁੰਦੇ ਭਰਿਆ ਮੇਲਾ ਲੁੱਟਣ ਵਾਲੇ ਖਾਸ ਕਰਕੇ ਜਿਹੜੇ ਪੋਲੀਟੀਕਲ ਲੀਡਰ ਨੇ ਨਾ ਇਹ ਤੁਹਾਨੂੰ ਕੀ ਲੱਗਦਾ ਵੀ ਕਿਸਾਨੀ ਕਰਕੇ ਆਏ ਨੇ ਕਿਸਾਨੀ ਕਰਕੇ ਨਹੀਂ ਆਏ ਇਹਨਾਂ ਨੂੰ ਪਤਾ ਵੀ ਦੇਖੋ ਮੈਂ ਇਹ ਐਕਚੁਅਲੀ ਆਪਣੀ ਹੋਂਦ ਬਚਾ ਰਹੇ ਨੇ ਕੱਟੜ ਹਿੰਦੂ ਵੋਟ ਅਕਾਲੀਆਂ ਨੂੰ ਪੈਣੀ ਨਹੀਂ ਕੱਟੜ ਸਿੱਖ ਵੋਟ ਬੇਅਦਬੀਆਂ ਦੇ ਕਰਕੇ ਇਹਨਾਂ ਦੇ ਖਿਲਾਫ ਹੈ ਇਹਨਾਂ ਨੂੰ ਪਤਾ ਵੀ ਹੁਣ ਆਪਣੇ ਆਪ ਨੂੰ ਕਿਸਾਨ ਸਾਬਤ ਕਰਕੇ ਭਰਿਆ ਮੇਲਾ ਲੁੱਟ ਲਵੋ ਤੁਸੀਂ ਇੱਕ ਚੀਜ਼ ਮੈਨੂੰ ਦੱਸੋ ਬਈ ਸੂਤਰਾਂ ਤੋਂ ਖਬਰ ਆ ਰਹੀ ਹੈ ਵੀ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆ ਰਿਹਾ ਹੈ ਨਹੀਂ ਪੰਜਾਬ ਦੇ ਵਿੱਚ ਇਹ ਕੀ ਕਰਨ ਦੇ ਲਈ ਆ ਰਿਹਾ ਵੀ
ਪੰਜਾਬ ਦੇ ਵਿੱਚ ਬਿੱਲ ਪਾਸ ਹੋਇਆ ਹੈ ਦਿੱਲੀ ਦੀ ਧਰਤੀ ਤੋਂ। ਚਲੋ ਮੈਨੂੰ ਇੱਕ ਚੀਜ਼ ਦੱਸੋ, ਸੁਖਬੀਰ ਬਾਦਲ ਇੱਥੋਂ ਉੱਠਿਆ ਤੇ ਇਹ ਚਲਾ ਗਿਆ ਚੰਡੀਗੜ੍ਹ, ਕੀ ਕਰਨ ਗਏ ਜੀ? ਗਵਰਨਰ ਨੂੰ ਮੰਗ ਪੱਤਰ ਦੇਣ ਦੇ ਲਈ ਗਏ ਆ। ਤੁਸੀਂ ਇੱਕ ਚੀਜ਼ ਚਲੋ ਮੈਨੂੰ ਛੋਟੀ ਜਿਹੀ ਦੱਸ ਦਿਓ, ਸਿੱਖਿਆ ਮੰਤਰੀ ਦੇ ਫੈਸਲੇ ਨੂੰ ਕਦੀ ਕੋਈ ਸਕੂਲ ਦਾ ਪ੍ਰਿੰਸੀਪਲ ਚੈਲੰਜ ਕਰ ਸਕਦਾ ਹੈ? ਨਹੀਂ ਕਰ ਸਕਦਾ। ਠੀਕ ਹੈ ਜੀ। ਹੁਣ ਰਾਸ਼ਟਰਪਤੀ ਦੇ ਫੈਸਲੇ ਨੂੰ ਇਹ ਜਾ ਰਹੇ ਨੇ ਗਵਰਨਰ ਦੇ ਕੋਲ, ਇਹਨਾਂ ਕੋਲ 4 MP ਆਪਣੇ ਨੇ, ਇਹ ਉੱਥੇ ਦਿੱਲੀ ਵਾਲੇ ਪਾਸੇ ਕਿਉਂ ਨਹੀਂ ਜਾ ਰਹੇ? ਵੱਡਾ ਸਵਾਲ ਇਹ ਹੈ। ਕਿੰਨੇ ਲੋਕਾਂ ਦਾ ਹੁਣ ਰੈਲੀ ਅਕਾਲੀਆਂ ਦੀ, ਮੁੱਦਾ ਕਿਸਾਨਾਂ ਦਾ, ਲੰਗਰ ਸ਼੍ਰੋਮਣੀ ਕਮੇਟੀ ਦਾ ਲਾਉਣ ਜਾ ਰਹੇ ਜੀ। ਫਿਰ ਉੱਥੇ ਜਿਹੜੀਆਂ ਨੇ ਇਹਨਾਂ ਨੇ ਕੀ ਕਹਿਣਾ, ਦੇਖੋ ਜੀ ਕਿਸਾਨਾਂ ਦੀ ਖਾਤਰ ਡਾਂਗਾ ਖਾਦੀਆਂ, ਕਿਸਾਨਾਂ ਦੀ ਖਾਤਰ ਕੁਰਬਾਨੀ ਦੇ ਦਿੱਤੀ, ਬੀਬੀ ਜੀ ਨੇ ਕੁਰਬਾਨੀ ਦੇ ਦਿੱਤੀ। ਸੁਖਬੀਰ ਬਾਦਲ ਕਹਿੰਦਾ ਮੈਂ ਬੰਬ ਲੱਗਾ ਸੀ ਸੁੱਟਣ, ਉਹਨਾਂ ਮਾਈਕ ਬੰਦ ਕਰਤਾ। ਉਹ ਬੰਬ ਮਾਈਕ ਦੇ ਵਿੱਚੋਂ ਸੁੱਟਣਾ ਸੀ, ਬੰਬ ਤੇ ਉਂਝ ਵੀ ਸੁੱਟਿਆ ਜਾ ਸਕਦਾ, ਠੀਕ ਹੈ ਨਾ। ਹੁਣ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਮੈਨੂੰ ਇੰਝ ਲੱਗਦਾ ਪਿਆ ਵੀ ਇਹ ਜਿਹੜਾ ਪਿੜ ਬੱਝਾ ਹੋਇਆ ਹੈ, ਜੇ ਇਹਦੀ ਅਗਵਾਈ ਕਿਸਾਨ ਭਰਾ ਮੁੱਦਿਆਂ ਤੇ ਆਧਾਰਿਤ ਕਰਨਗੇ ਤੇ ਮਾਮਲਾ ਸਿਰੇ ਲੱਗ ਸਕਦਾ ਹੈ। ਜੇ ਇਸ ਮੋਰਚਿਆਂ ਦੀ ਅਗਵਾਈ ਪੋਲੀਟੀਕਲ ਬੰਦੇ ਕਰਨ ਲੱਗ ਪਏ, ਮੈਂ ਦਾਅਵੇ ਨਾਲ ਆਖਣ ਨੂੰ ਤਿਆਰ, ਅੱਜ ਵੀ ਮੋਰਚਾ ਫੇਲ ਹੈ ਤੇ ਕੱਲ ਵੀ ਮੋਰਚਾ ਫੇਲ ਹੈ, ਕੱਲ ਵੀ ਮੋਰਚਾ ਫੇਲ ਇਸ ਤਰੀਕੇ ਨਾਲ ਹੋਵੇਗਾ। ਇਸ ਕਰਕੇ ਇਹ ਸਾਰਾ ਧਿਆਨ ਮੁੱਦਿਆਂ ਦੇ ਉੱਪਰ ਰਹੇ। ਸਿਆਣੇ ਜਿਹੜੇ ਲੋਕ ਨੇ ਇਹਨਾਂ ਮੁੱਦਿਆਂ ਦੀ ਅਗਵਾਈ ਕਰਨ ਤੇ ਲੋਕਾਂ ਨੂੰ ਦੱਸਣ ਵੀ ਇਹਦੇ ਨੁਕਸਾਨ ਕੀ ਨੇ, ਤਾਂ ਕਿ ਬੱਚੇ ਨੂੰ ਪਤਾ ਲੱਗ ਸਕੇ ਵੀ ਇਹ ਬਿੱਲ ਸਾਡੇ ਲਈ ਨੁਕਸਾਨਦੇਹ ਕਿਵੇਂ ਹੋ ਸਕਦਾ ਹੈ। ਤੁਸੀਂ ਮੰਨ ਲਓ ਜੇ ਇਹਨਾਂ ਨੇ ਘਰਾਣਿਆਂ ਨੂੰ ਜ਼ਮੀਨਾਂ ਦਿੱਤੀਆਂ, 1000 ਏਕੜ ਹੈ, 1000 ਏਕੜ ਲੈਂਡ ਐਕਟ ਦੇ ਮੁਤਾਬਕ ਤੁਸੀਂ ਵਾਧੂ ਜ਼ਮੀਨ ਰੱਖ ਨਹੀਂ ਸਕਦੇ, ਉਹ ਤੁਹਾਡੀ ਲਿਮਿਟ ਹੈ ਵੀ ਤੁਸੀਂ ਇੰਨੀ ਜ਼ਮੀਨ ਰੱਖੋਗੇ। ਉਸ ਤੋਂ ਵੀ ਗਾਂ ਜਿਹੜੀਆਂ ਨੇ ਉਹ ਪਲੱਜ ਹੋਈਆਂ ਨੇ, ਨੰਬਰ ਜਿਹੜੇ ਨੇ ਉਹ ਪਲੱਜ ਹੋਏ ਨੇ ਬੈਂਕਾਂ ਦੇ ਕੋਲ। ਕਿਸਾਨੀ ਜਿਹੜੀ ਉਹ ਮਰਦੀ ਪਈ ਹੈ, ਠੀਕ ਹੈ। ਕਿਸਾਨੀ ਤੇ ਸਰਕਾਰਾਂ ਕੋਲੋਂ ਕਰਜ਼ੇ ਦੀ ਮਾਫੀ ਦੀ ਮੰਗ ਕਰਦੀ ਹੈ, ਉਹਨਾਂ ਨੂੰ ਪਤਾ ਵੀ ਇਹਨਾਂ ਤੋਂ ਕਰਜ਼ਾ ਮਾਫ ਕਰਨਾ ਪੈਣਾ ਹੈ। ਘਰਾਣਿਆਂ ਦਾ ਫਾਇਦਾ ਵੀ ਇਹਨਾਂ ਨੇ ਚੰਦਾ ਦੇਣਾ, ਇਸ ਕਰਕੇ ਉਹ ਘਰਾਣਿਆਂ ਦੀ ਗੱਲ ਕਰਦੇ ਨੇ। ਜੇ ਆਉਣ ਵਾਲੇ ਸਮੇਂ ਦੇ ਅੰਦਰ ਘਰਾਣਿਆਂ ਦੇ ਖਾਤੇ ਵਿੱਚ ਤੁਹਾਡੀ ਜ਼ਮੀਨ ਆ ਗਈ, ਉਹ 1000 ਏਕੜ ਦਾ, ਸੁਣਿਆ ਜੀ ਮੈਂ ਥੋੜਾ ਜਿਹਾ ਨੁਕਸਾਨ ਬਣਾ ਦਿਆ, 1000 2-2000 5-5000 ਏਕੜ ਦੇ ਫਾਰਮ ਬਣਾ ਦਿੰਦੇ ਨੇ। ਤੁਸੀਂ ਕਹਿਤਾ ਵੀ ਤੁਹਾਡੇ ਨਾਲ ਕੰਟੈਕਟ ਹੋ ਗਿਆ, ਕਿਸਾਨ ਨੂੰ ਇਹੀ ਗੱਲ ਕਹੀ ਜਾ ਰਹੀ ਹੈ ਤੇਰਾ ਕੰਟੈਕਟ ਹੋ ਗਿਆ। ਅਦਾਲਤਾਂ ਨੂੰ ਪਾਸੇ ਕਿਉਂ ਕੀਤਾ ਗਿਆ? ਅਦਾਲਤ ਪਾਸੇ ਕਰ ਦਿੱਤੀ। ਅਦਾਲਤ ਨੂੰ ਕਿਉਂ ਪਾਸੇ ਕੀਤਾ ਗਿਆ? ਕਿਸਾਨ ਨਾਲ ਹੋ ਗਿਆ ਕੰਟੈਕਟ, ਮੰਨ ਲਓ 10 ਸਾਲ ਦਾ ਕੰਟੈਕਟ ਹੋ ਗਿਆ ਮੇਰੇ ਨਾਲ, ਸਾਡੀ ਜ਼ਮੀਨ ਉਹਨਾਂ ਨੇ ਕਰ ਦਿੱਤੀ ਵਾਹੁਣੀ ਸ਼ੁਰੂ। ਮੈਂ ਕੀ ਕਰਾਂਗਾ? ਮਜ਼ਦੂਰ ਕੀ ਕਰੇਗਾ? ਉੱਥੇ ਅੰਦਰ ਉਹਨਾਂ ਕੋਲ ਏਡਾ ਵੱਡਾ ਮਸ਼ੀਨਰੀ ਆਪਣੀ ਵੱਡੀ ਲੈ ਕੇ ਆਉਣਗੇ, ਕਿਉਂਕਿ 2000 ਏਕੜ ਦੀ ਕਰਨੀ ਹੈ। ਤੁਹਾਡੀ ਮਸ਼ੀਨਰੀ ਕੂੜੇ ਦੇ ਪਾਣੀ ਕਿਸੇ ਨੇ ਲੈਣੀ, ਤੁਹਾਡੀਆਂ ਟਰਾਲੀਆਂ ਕੂੜੇ ਦੇ ਪਾਣੀ ਕਿਸੇ ਨੇ ਲੈਣੀਆਂ। ਜਿਹਨੂੰ ਕਿਸਾਨ ਕਹਿੰਦਾ ਵੀ ਟਰੈਕਟਰ ਜਿਹੜਾ ਹੈ ਜੱਟ ਦਾ ਪੁੱਤ ਹੁੰਦਾ ਹੈ ਜੀ, ਇਹ ਕਿਸਾਨ ਦਾ ਪੁੱਤ ਹੁੰਦਾ ਹੈ, ਜ਼ਿਮੀਂਦਾਰ ਦਾ ਪੁੱਤ ਹੁੰਦਾ ਹੈ। ਇਸ ਪੁੱਤ ਦੇ ਹਾਲਾਤ ਕੀ ਹੋਣੇ ਨੇ ਉਹ ਚੇਤੇ ਰੱਖਿਆ ਜੇ। ਔਰ ਚੌਥੇ ਨੰਬਰ ਦੇ ਉੱਪਰ ਅੰਦਰ ਰੋਬੋਟ ਸਿਸਟਮ ਆ ਜਾਵੇਗਾ, ਕਿਉਂਕਿ ਦੇਖੋ ਅੱਜ ਵੀ ਪ੍ਰਦੇਸ਼ਾਂ ਦੇ ਵਿੱਚ ਵੀ ਬੜੇ ਸਿਸਟਮ ਨੇ। ਕਿਸਾਨ ਦੇ ਨਾਲ ਮਜ਼ਦੂਰ ਦਾ ਕੀ ਬਣੇਗਾ? ਸੋ ਇਸ ਵੇਲੇ ਕਿਸਾਨ ਭਰਾ ਆਪਣੀ ਗੱਲ ਕਰਦੇ ਪਏ ਨੇ। ਮੈਂ ਕਹਿੰਦਾ ਮਜ਼ਦੂਰ ਦੀ ਗੱਲ ਨਾਲ ਕਰੋ, ਮਜ਼ਦੂਰਾਂ ਨੂੰ ਨਾਲ ਲੈ ਕੇ ਚੱਲੋ, ਤੁਹਾਡੇ ਅੰਦੋਲਨ ਨੂੰ ਬਹੁਤ ਭਾਰੀ ਹੁੰਗਾਰਾ ਮਿਲੇਗਾ। ਬਲੈਕ ਕਿੱਥੋਂ ਸ਼ੁਰੂ ਹੁੰਦੀ ਹੈ? ਬਲੈਕ ਪਤਾ ਕਿੱਥੋਂ ਸ਼ੁਰੂ ਹੁੰਦੀ ਹੈ? ਜਮਾਖੋਰੀ ਤੋਂ। ਜਦੋਂ ਕੋਈ ਚੀਜ਼ ਤੁਸੀਂ ਜਮ੍ਹਾਂ ਕਰ ਲਈ ਔਰ ਤੁਸੀਂ ਮਾਰਕੀਟ ਦੇ ਵਿੱਚ ਮੰਨ ਲਓ ਕੋਈ ਵੀ ਚੀਜ਼ ਹੈ, ਗੰਢਾ ਪਿੱਛੇ ਜੇ ਤੁਸੀਂ 120 ਰੁਪਏ ਕਿਲੋ ਦੇ ਹਿਸਾਬ ਨਾਲ ਖਾਧਾ ਹੈ ਨਾ, ਬਿਲਕੁਲ ਜੀ, ਸਵਾਦ ਲੱਗਾ, ਸੇਬਾਂ ਵਾਂਗੂ ਖਾਧਾ ਹੋਵੇਗਾ। ਹੁਣ ਇੱਕ ਚੀਜ਼ ਮੈਨੂੰ ਦੱਸੋ, ਗੰਢਾ ਕੀ, ਮਿਰਚ ਕੀ, ਟਮਾਟਰ ਕੀ, ਕੋਈ ਵੀ ਚੀਜ਼ ਮੰਡੀ ਦੇ ਵਿੱਚ ਆਈ, ਵਪਾਰੀ ਨੇ ਚੁੱਕੀ, ਉਹਨੇ ਸਟਾਕ ਕਰ ਲਈ, ਉਹ ਕਹਿੰਦਾ ਮਰਜ਼ੀ ਨਾਲ ਕੱਢਾਂਗੇ, ਕੀ ਹੋ ਗਿਆ? ਉਹਦੀ ਬਲੈਕ ਹੋ ਗਈ। ਗੰਢਾ 10 ਰੁਪਏ ਤੋਂ ਕਿੱਥੇ ਚਲਾ ਗਿਆ? 110 ਰੁਪਏ ਕਿਲੋ ਦੇ ਉੱਪਰ ਚਲਾ ਗਿਆ। ਤੇ ਸਟਾਕ ਕੌਣ ਕਰੇਗਾ? ਜਿਹੜਾ ਮਾੜਾ ਜ਼ਿਮੀਂਦਾਰ ਹੈ ਨਾ ਭਾਜੀ, ਉਹਦੇ ਕੋਲ ਤਾਂ ਤੂੜੀ ਰੱਖਣ ਨੂੰ ਥਾਂ ਹੈ ਨਹੀਂ, ਤੂੜੀ ਰੱਖਣ ਨੂੰ ਥਾਂ ਹੈ ਨਹੀਂ, ਉਹ ਕਿੱਥੋਂ ਕਰ ਲੇਗਾ? ਕਰੇਗਾ ਕੌਣ? ਤਗੜਾ ਬੰਦਾ ਕਰੇਗਾ। ਉੱਥੋਂ ਕੀ ਹੋਏਗੀ? ਬਲੈਕ ਸ਼ੁਰੂ ਹੋਏਗੀ। ਸੋ ਇਹ ਆਉਣ ਵਾਲੇ ਸਮੇਂ ਦੇ ਜਿਹੜੇ ਸੰਕੇਤ ਨੇ ਬੜੇ ਘਾਤਕ ਨੇ। ਕਿਸਾਨ ਭਰਾ ਆਪਣੇ ਮੁੱਦੇ ਤੋਂ ਪਿੱਛੇ ਨਾ ਹਟਣ, ਕਿਉਂਕਿ ਜਿਹੜੇ ਪੋਲੀਟੀਕਲ ਬੰਦੇ ਹੁੰਦੇ ਪਤਾ ਕੀ ਕਰਦੇ ਆ? ਮੰਨ ਲਓ ਕਿਸਾਨਾਂ ਦੇ ਮੁੱਦੇ ਹੈ, ਬੜੇ ਧਿਆਨ ਨਾਲ ਗੱਲ ਸੁਣੇ ਜੇ, ਕਿਸਾਨਾਂ ਦੇ ਮੁੱਦੇ ਨੇ, ਪੋਲੀਟੀਕਲ ਬੰਦਿਆਂ ਨੇ ਆਪਣੇ ਬੰਦੇ ਕੋਲੋਂ ਕਰਾ ਦੇਣੀ ਸ਼ਰਾਰਤ, ਕਰਾਤੀ, ਉੱਥੇ ਹੋ ਗਈ ਲੜਾਈ ਤੋਂ ਬਾਅਦ ਡਾਂਗ ਸੋਟਾ ਚੱਲ ਗਿਆ, ਡਾਂਗ ਸੋਟੇ ਤੋਂ ਬਾਅਦ ਲੱਤਾਂ ਟੁੱਟ ਗਈਆਂ। ਫਿਰ ਕਿਸਾਨੀ ਦੇ ਮੁੱਦੇ ਤੋਂ ਬਾਅਦ ਮੁੱਦਾ ਪਤਾ ਕੀ ਆ ਜਾਂਦਾ? ਸਾਡੇ ਬੰਦੇ ਦੀ ਜੀ ਲੱਤ ਤੋੜੀ ਗਈ, ਇਹਨੂੰ 20 ਲੱਖ ਰੁਪਈਆ ਦਿੱਤਾ ਜਾਵੇ। ਆਹ ਮੁੱਦੇ ਮੁੜ ਕੇ ਆ ਜਾਂਦੇ ਆ। ਸਾਡੇ ਉਸ ਬੰਦੇ ਦੀ ਜੀ ਤੁਸੀਂ ਬਾਂਹ ਤੋੜ ਕੇ ਨਕਾਰਾ ਕਰ ਦਿੱਤਾ, ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਭਰਿਆ ਮੇਲਾ ਲੁੱਟ ਵੀ ਲੈਣਾ ਤੇ ਉਸ ਤੋਂ ਬਾਅਦ ਉਹਨੂੰ ਖਤਮ ਵੀ ਕਰ ਦੇਣਾ, ਉਹਦਾ ਖੁਰਾ ਖੋਜ ਮਿਟਾ ਵੀ ਦੇਣਾ। ਅੰਤ ਦੇ ਵਿੱਚ ਇੱਥੇ ਹੀ ਪਹੁੰਚਦੇ ਹਾਂ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਬਹੁਤ ਸਾਰੇ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕੀਤੀ ਹੈ ਤੇ SGPC ਤੋਂ ਸ਼ੁਰੂਆਤ ਹੋਈ ਸੀ ਤੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜੋ ਸਵਾਲ ਅਸੀਂ ਚੱਕੇ ਨੇ, ਜੋ ਚਰਚਾ ਕਰਨ ਦੀ ਕੋਸ਼ਿਸ਼ ਕੀਤੀ, ਬਹੁਤ ਸਾਰੇ ਸਵਾਲਾਂ ਦੇ ਜਵਾਬ ਮੱਖੂ ਜੀ ਤੋਂ ਲੈਣ ਦੀ ਕੋਸ਼ਿਸ਼ ਕੀਤੀ। ਅਗਰ ਇਹ ਆਵਾਜ਼ ਤੁਹਾਡੇ ਤੱਕ ਪਹੁੰਚੇਗੀ ਕਿ ਜਦੋਂ ਸ਼੍ਰੀ ਦੁਖਨਿਵਾਰਨ ਸਾਹਿਬ ਫੰਕਸ਼ਨ ਸੀਗਾ ਉਦੋਂ ਕੁਝ ਸਵਾਲ ਮੈਂ ਚੱਕੇ ਸੀਗੇ, ਕੁਝ ਜਵਾਬ ਮੈਂ ਮੰਗੇ ਸੀਗੇ, ਤੇ ਉਮੀਦ ਕਰਦਾ ਹਾਂ ਕਿ ਜੋ ਸਵਾਲ ਪੁੱਛੇ ਗਏ ਨੇ ਉਹਨਾਂ ਦੇ ਜਵਾਬ ਤੁਸੀਂ ਨਿਰਪੱਖ ਹੋ ਕੇ ਦਿਓਗੇ, ਕਿਉਂਕਿ ਕੌਮ ਨੂੰ ਇੱਕ ਉਮੀਦ ਤੁਹਾਡੇ ਅੰਦਰ ਦਿਖ ਰਹੀ ਹੈ ਕਿ ਜਿੰਨੇ ਵੀ ਜਥੇਦਾਰ ਪਹਿਲਾਂ ਆਏ ਨੇ ਉਹਨਾਂ ਨਾਲੋਂ
ਕਈ ਦਰਜੇ ਚੰਗੇ ਫੈਸਲੇ ਤੁਸੀਂ ਸਿੱਖ ਕੌਮ ਦੇ ਹੱਕ ਵਿੱਚ ਲੈਂਦੇ ਹੋਏ ਨਜ਼ਰ ਆ ਰਹੇ ਹੋ। ਕੱਲ ਦਿੱਲੀ ਦੇ ਵਿੱਚ ਵੀ ਜੋ ਸੰਸਦ ਦੇ ਸਾਹਮਣੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਨਮਾਨਿਤ ਕਰਕੇ ਆਏ ਹੋ। ਕੌਮ ਨੂੰ ਬਹੁਤ ਖੁਸ਼ੀ ਹੋਈ, ਕਿਉਂਕਿ ਅਜਿਹਾ ਕੰਮ ਕਿਸੇ ਵੀ ਜਥੇਦਾਰ ਨੇ ਅੱਜ ਤੱਕ ਨਹੀਂ ਕੀਤਾ। ਖਾਸ ਕਰਕੇ ਉਹ ਜਥੇਦਾਰਾਂ ਦੇ ਅਸੀਂ ਕਹਿ ਸਕਦੇ ਹਾਂ ਜਿਹੜੇ ਸਿਆਸੀ ਧਿਰਾਂ ਦੇ ਹੱਥ ਠੋਕੇ ਬਣ ਕੇ ਰਹੇ ਨੇ, ਬਾਦਲਾਂ ਦੇ ਹੱਥ ਠੋਕੇ ਬਣ ਕੇ ਰਹੇ ਨੇ। ਹੁਣ ਅਗਰ ਤੁਸੀਂ ਵਾਕਈ ਹੀ ਕੌਮ ਦੇ ਅਸਲ ਜਥੇਦਾਰ ਹੋ ਤਾਂ ਅਸਲ ਜਥੇਦਾਰਾਂ ਵਾਲੀ ਕਰਕੇ ਦਿਖਾਇਓ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਨੌਜਵਾਨਾਂ ਦੀ, ਕਿਸਾਨਾਂ ਦੀ। ਕਿਸਾਨ ਮੋਰਚੇ ਥਾਂ ਥਾਂ ਤੇ ਲੱਗੇ ਹੋਏ ਨੇ। ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵਾਸਤੇ ਮੋਰਚੇ ਲੱਗੇ, ਉਹਨਾਂ ਵਾਸਤੇ ਬਹੁਤ ਮਹੱਤਵਪੂਰਨ ਬੰਦੇ, ਬਹੁਤ ਚੰਗੇ ਸੁਲਝੇ ਹੋਏ ਬੁੱਧੀਜੀਵੀ ਸਿੱਖ ਪ੍ਰਚਾਰਕ ਭਾਈ ਮਖੂ ਜੀ ਵਰਗੇ ਹੈਗੇ ਨੇ। ਚਾਹੇ ਉਹ 7 ਮੈਂਬਰੀ 11 ਮੈਂਬਰੀ ਦੇ ਵਿੱਚ ਨਹੀਂ ਨੇ, ਪਰ ਉਹ ਮੋਰਚੇ ਨੂੰ ਬਰਗਾੜੀ ਮੋਰਚੇ ਵਾਂਗ ਭੇਟ ਕਿਸੇ ਵੀ ਸਿਆਸੀ ਤੇ ਨਹੀਂ ਚੜ੍ਹਨ ਦਿੰਦੇ। ਇਸ ਚੀਜ਼ ਦੀ ਮੇਰਾ ਹੀ ਮਨ ਗਵਾਹੀ ਭਰਦਾ ਹੈ, ਕਿਉਂਕਿ ਉਸ ਮੋਰਚੇ ਉੱਤੇ ਜਿੰਨੇ ਇਨਸਾਨ ਬੈਠੇ ਹੋਏ ਨੇ ਮੋਢੀ ਬਣ ਕੇ, ਉਹਨਾਂ ਵਿੱਚੋਂ ਅੱਧਿਆਂ ਤੋਂ ਵੱਧ ਨੂੰ ਮੈਂ ਪਰਸਨਲੀ ਜਾਣਦਾ ਹਾਂ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦਾ ਕਿ ਉਹ ਉਹਨਾਂ ਵਿੱਚੋਂ ਨੇ ਜੋ ਆਪਣੀਆਂ ਜ਼ਮੀਰਾਂ ਕਦੇ ਨਹੀਂ ਵੇਚ ਸਕਦੇ। ਉਸ ਮੋਰਚੇ ਨੂੰ ਵੀ ਡਾਇਰੈਕਟ ਵੇ ਇਨਡਾਇਰੈਕਟ ਵੇ ਬਦਨਾਮ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਵੇਗੀ, ਲਾਂਛਨ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਾਵੇਗੀ, ਪਰ ਸੰਗਤ ਦਾ ਫਰਜ਼ ਹੈ ਭਰੋਸਾ ਰੱਖਣਾ, ਕਿਉਂਕਿ ਇਸ ਵਾਰ ਸਾਡੇ ਆਪਣਿਆਂ ਨੇ ਸਾਡੀ ਪਿੱਠ ਵਿੱਚ ਛੁਰਾ ਮਾਰਿਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਕਿੱਥੇ ਨੇ, ਉਹ ਸਾਨੂੰ ਪਤਾ ਹੋਣੇ ਚਾਹੀਦੇ ਨੇ। ਕਿਸ ਘਰ ਗਏ ਨੇ, ਕਿਸ ਦਰ ਗਏ ਨੇ, ਕਿੱਥੇ ਕਿੱਥੇ ਸ਼ਸ਼ੋਭਿਤ ਨੇ। ਤੇ ਨੌਜਵਾਨੀ ਨੂੰ ਬੇਨਤੀ ਇਹ ਕਰਾਂਗਾ ਕਿ ਤੁਸੀਂ ਅਗਰ ਅੱਜ ਇਕਜੁੱਟ ਇੱਕ ਮੁੱਠ ਹੋਏ ਹੋ, ਕਿਸਾਨ ਭਰਾ ਹੋ ਗਏ, ਆੜ੍ਹਤੀਏ ਹੋ ਗਏ, ਮਜ਼ਦੂਰ ਹੋ ਗਏ, ਗਾਇਕ ਹੋ ਗਏ, ਐਕਟਰ ਹੋ ਗਏ, ਪੰਜਾਬ ਦੀ ਨੌਜਵਾਨੀ ਹੋ ਗਈ। ਅਸੀਂ ਬਦਨਾਮੀ ਬਹੁਤ ਲੈ ਲਈ ਪਹਿਲਾਂ, ਨਸ਼ੇੜੀ ਕਹਿ ਕੇ ਪੂਰੇ ਪੰਜਾਬ ਨੂੰ, ਪੂਰੀ ਦੁਨੀਆ ਦੇ ਵਿੱਚ ਇਹਨਾਂ ਸਿਆਸਤਦਾਨਾਂ ਨੇ ਬਦਨਾਮ ਕੀਤਾ। ਤੇ ਜੇਕਰ ਤੁਸੀਂ ਵਾਕਈ ਹੀ ਹੁਣ ਪੰਜਾਬ ਨੂੰ ਹੱਕ ਲੈ ਕੇ ਦੇਣੇ ਨੇ ਤਾਂ ਯਾਦ ਰੱਖਣਾ, ਆਪਣੀਆਂ ਰੈਲੀਆਂ ਦੇ ਵਿੱਚ, ਆਪਣੇ ਮੋਰਚਿਆਂ ਦੇ ਵਿੱਚ ਕਿਸੇ ਵੀ ਸਿਆਸਤਦਾਨ ਨੂੰ ਥਾਂ ਨਾ ਦਿਓ। ਇਹ ਨੌਜਵਾਨੀ ਨੇ ਮੋਰਚਾ ਸਾਂਭਿਆ ਹੈ, ਖਾਸ ਕਰਕੇ ਲੱਖਾ ਸਿਧਾਣਾ ਨੂੰ, ਦੀਪ ਸਿੱਧੂ ਨੂੰ, ਸਿਮਰਨਜੀਤ ਕੌਰ ਗਿੱਲ ਨੂੰ, ਹੋਰ ਜਿੰਨੇ ਮੇਰੇ ਗਾਇਕ ਭਰਾ ਹੈ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਮੋਢੀ ਬਣ ਕੇ ਸਾਹਮਣੇ ਲੱਗੇ ਹੋ, ਮੋਢੀ ਬਣ ਕੇ ਹੀ ਰਹੋ। ਕਿਸੇ ਹੋਰ ਦੇ ਉੱਤੇ ਭਰੋਸਾ ਕਰਕੇ, ਚਾਹੇ ਉਹ ਕੁਝ ਵੀ ਕਹਿੰਦਾ ਹੋਵੇ ਸਿਆਸਤਦਾਨ, ਉਹਦੇ ਸਹਾਰੇ ਆਪਣੀ ਬਾਗਡੋਰ ਨਾ ਛੱਡਿਓ। ਇਹ ਜੋ ਹੁਣ ਸੈਲਾਬ ਪੰਜਾਬ 'ਚ ਉੱਠਿਆ ਹੈ, ਇਹਦੀ ਲਗਾਮ ਕਿਸੇ ਗਲਤ ਬੰਦੇ ਹੱਥ ਨਾ ਫੜਾਇਆ, ਕਿਉਂਕਿ ਲਗਾਮ ਨੂੰ ਜਿੱਦਣ ਗਲਤ ਪਾਸੇ ਨੂੰ ਖਿੱਚ ਪੈ ਗਈ, ਇਹ ਨੇਸ਼ ਤੋਂ ਨਾਬੂਦ ਹੋ ਜਾਣਾ ਹੈ। ਤੇ ਪੂਰੇ ਪੰਜਾਬ ਦੀਆਂ ਸਿਆਸੀ ਧਿਰਾਂ, ਰਵਾਇਤੀ ਪਾਰਟੀਆਂ ਲੱਗੀਆਂ ਹੋਈਆਂ ਨੇ ਇਹਦਾ ਖੁਰਾ ਖੋਜ ਮਿਟਾਉਣ ਵਾਸਤੇ। ਇਸੇ ਦੇ ਨਾਲ ਆਪਣੇ ਹੋਸਟਰ ਦੇ ਦੋਸਤ ਪ੍ਰੀਤ ਸੈਣੀ ਨੂੰ ਇਜਾਜ਼ਤ ਦਿਓ। ਉਮੀਦ ਕਰਦੇ ਹਾਂ ਤੁਸੀਂ ਸਾਰੇ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ